जय गुरु महाराज। गुरु चरणा च प्रणाम जी। गुरु चरणा ਦੇ ਵਿੱਚ ਬਹੁਤ ਬਹੁਤ ਪ੍ਰਣਾਮ ਹੈ। ਕੋਈ ਵੀ ਭੁੱਲ ਚੁੱਕ ਹੋਈ ਹੋਵੇ ਜੀ ਸ਼ਬਦਾਂ ਦੇ ਵਿਚਕਾਰ, ਉਸ ਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਚਾਹੁੰਦਾ ਸੰਗਤ ਕੋਲੋਂ। ਸਾਰੀ ਸੰਗਤ ਨੂੰ ਪ੍ਰਣਾਮ। ਗੁਰੂ ਜੀ ਦੀ ਮਹਾਰਾਜ ਦੇ ਨਾਲ ਜਰਨੀ ਸਾਡੀ 2005 ਦੇ ਵਿੱਚ ਸ਼ੁਰੂ ਹੋਈ ਸੀ। ਉਸ ਦੇ ਲਈ ਮੇਰੇ ਮੈਂਟਰ ਵੀਕੇ ਪੁਸ਼ਕਰਨਾ ਅੰਕਲ, ਮੇਰੇ ਵੱਡੇ ਭਾਈ ਸਾਹਿਬ ਨੇ, ਉਹਨਾਂ ਨੇ ਸਾਨੂੰ ਗੁਰੂ ਜੀ ਦੇ ਨਾਲ ਜੋੜਿਆ। ਉਹ 2004 ਤੋਂ ਗੁਰੂ ਜੀ ਨਾਲ ਜੁੜੇ ਹੋਏ ਨੇ, ਪਰ ਸਾਨੂੰ ਕਾਫੀ ਵਾਰ ਉਹਨਾਂ ਨੇ ਗੁਰੂ ਜੀ ਵਾਸਤੇ ਦੱਸਿਆ, ਪਰ ਐਡੀ ਜਲਦੀ ਕੋਈ ਵੀ ਬੰਦਾ ਮਹਾਰਾਜ ਨਾਲ ਜੁੜ ਨਹੀਂ ਪਾਉਂਦਾ ਜਦ ਤੱਕ ਮਹਾਰਾਜ ਦਾ ਹੁਕਮ ਨਹੀਂ ਹੁੰਦਾ। ਸਾਡੀ ਜਰਨੀ 2005 ਚ ਸ਼ੁਰੂ ਹੋਈ। ਸਾਡੇ ਪੇਰੈਂਟਸ ਵੀ ਗੁੜਗਾਉਂ ਰਹਿੰਦੇ ਨੇ ਤੇ ਅਸੀਂ ਛੁੱਟੀਆਂ 'ਚ ਉਹਨਾਂ ਕੋਲ ਆਉਂਦੇ ਰਹਿੰਦੇ ਸੀ। 2005 ਦੇ ਵਿੱਚ ਜਦੋਂ ਅਸੀਂ ਆਪਣੀ ਫੈਮਿਲੀ ਨਾਲ, ਮੈਂ, ਮੇਰੀ ਮਿਸਿਸ, ਅਸੀਂ ਬੱਚੇ ਅੰਪਾਇਰ ਸਟੇਟ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚੇ। ਮਹਾਰਾਜ ਦੇ ਕੋਲ ਜਾ ਕੇ ਬੈਠ ਕੇ ਬਹੁਤ ਇੱਕ ਮਾਹੌਲ ਜਿਹੜਾ ਸੀ ਬਹੁਤ ਵਧੀਆ ਸੀਗਾ, ਪਰ ਕਿਉਂਕਿ ਪਹਿਲੀ ਵਾਰ ਗਏ ਸੀਗੇ ਉੱਥੇ, ਮੈਨੂੰ ਥੱਲੇ ਬਿਠਾ ਦਿੱਤਾ ਔਰ ਮੇਰੀ ਆਂਟੀ ਨੂੰ ਉੱਪਰ ਭੇਜ ਦਿੱਤਾ। ਜਿਵੇਂ ਕਿ ਸਾਰੇ ਕਹਿੰਦੇ ਨੇ ਕਿ ਨਵੀਂ ਸੰਗਤ ਨੂੰ ਥੱਲੇ ਮਹਾਰਾਜ ਬਿਠਾਉਂਦੇ ਸੀ, ਉਹ ਪੁਰਾਣੀ ਸੰਗਤ ਨੂੰ ਉੱਪਰ ਭੇਜ ਦਿੰਦੇ ਸੀਗੇ। ਮੇਰੀ ਆਂਟੀ ਉੱਪਰ ਬੈਠ ਕੇ ਕਾਫੀ ਡਿਸਟਰਬ ਰਹੀ, ਜਿਸ ਤਰ੍ਹਾਂ ਕਿਉਂਕਿ ਬੱਚੇ ਵਗੈਰਾ ਬੋਲਦੇ ਸੀਗੇ। ਅਸੀਂ ਉਹ ਸਤਸੰਗ ਅਟੈਂਡ ਕਰਕੇ ਲੰਗਰ ਜਦੋਂ ਆਇਆ, ਸਾਰਿਆਂ ਨੇ ਜਿਸ ਤਰ੍ਹਾਂ ਲੰਗਰ ਕੀਤਾ, ਮੇਰੀ ਆਂਟੀ ਦਾ ਉਸ ਦਿਨ ਫਾਸਟ ਸੀਗਾ, ਉਸਨੇ ਲੱਡੂ ਪ੍ਰਸ਼ਾਦ ਹੀ ਖਾ ਕੇ ਅਸੀਂ ਵਾਪਸ ਗੁੜਗਾਉਂ ਤੋਂ ਲੁਧਿਆਣਾ ਵਾਪਸ ਆ ਗਏ। ਇੱਥੋਂ ਮੇਰੀ ਜਰਨੀ ਸਟਾਰਟ ਹੋਈ ਮਹਾਰਾਜ ਦੇ ਨਾਲ। ਲੁਧਿਆਣਾ ਆਉਣ ਤੋਂ ਬਾਅਦ 2-4 ਦਿਨਾਂ ਬਾਅਦ ਹੀ ਮੇਰੀ ਆਂਟੀ ਨੂੰ ਬਹੁਤ ਜ਼ਿਆਦਾ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਬੁਖਾਰ ਦੀ ਪੋਜੀਸ਼ਨ ਸੀ ਕਿ 104-105 ਤੋਂ ਘੱਟ ਬੁਖਾਰ ਥੱਲੇ ਉਤਰ ਹੀ ਨਹੀਂ ਸੀ ਰਿਹਾ। ਮੈਂ ਬਹੁਤ ਪਰੇਸ਼ਾਨ, ਬਹੁਤ ਡਾਕਟਰਾਂ ਨੂੰ ਦਿਖਾ ਲਿਆ, ਬਹੁਤ ਟੈਸਟ ਕਰਾ ਲਏ, ਪਰ ਟੈਸਟਾਂ 'ਚ ਵੀ ਕੁਝ ਨਾ ਹੋਵੇ, ਦਵਾਈਆਂ ਵੀ ਬਹੁਤ ਖਾ ਲਈਆਂ, ਪਰ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ ਕਿ ਇਹ ਪ੍ਰੋਬਲਮ ਕਿੱਥੋਂ ਆ ਗਈ, ਕੀ ਦਿੱਕਤ ਆ ਰਹੀ ਹੈ। ਸਾਰੀ ਰਾਤ, ਸਾਰਾ ਦਿਨ ਮੈਂ, ਕਿਉਂਕਿ ਅਸੀਂ ਫੈਮਿਲੀ ਇਕੱਲੇ ਰਹਿੰਦੇ ਹਾਂ ਲੁਧਿਆਣੇ 'ਚ, ਸਾਰੀ ਰਾਤ ਮੈਂ ਉਹਦੇ ਕੋਲ ਬੈਠਦੇ ਰਹਿਣਾ। ਬਹੁਤ ਜ਼ਿਆਦਾ ਦਿੱਕਤ ਸੀ ਕਿਉਂਕਿ ਨਾਲੇ ਵੋਮਟਿੰਗਸ ਨਾਲੇ ਬੁਖਾਰ, ਦੋਨੋਂ ਚੀਜ਼ਾਂ ਲਗਾਤਾਰ ਚੱਲ ਰਹੀਆਂ ਸੀਗੀਆਂ। ਜੇ 1-2 ਡਿਗਰੀ ਘਟਦਾ ਸੀ, ਪਰ ਰਾਤ ਨੂੰ ਫੇਰ 104-105 ਘੱਟ ਬੁਖਾਰ ਨਹੀਂ ਸੀ ਹੁੰਦਾ। ਇੱਕ ਰਾਤ ਦੀ ਗੱਲ ਹੈ, 3-4 ਦਿਨ ਹੋ ਚੱਲੇ ਸੀ ਬੁਖਾਰ ਨੂੰ ਚੜ੍ਹਦੇ ਆ। ਇੱਕ ਰਾਤ ਨੂੰ ਮੈਂ ਬੈਠਾ ਹੋਇਆ ਸੀਗਾ ਆਂਟੀ ਦੇ ਕੋਲ ਹੀ, ਕਿਉਂਕਿ ਉਹ ਸਾਰੀ ਰਾਤ ਬਹੁਤ ਡਿਸਟਰਬ ਰਹਿੰਦੀ ਸੀ। ਰਾਤੀ 2:30-3 ਵਜੇ ਦਾ ਟਾਈਮ ਸੀ ਤਾਂ ਆਲ ਆਫ ਅ ਸਡਨ ਉਹ ਬਹੁਤ ਜ਼ਿਆਦਾ ਇੱਕਦਮ ਤਰਬ ਕੇ ਉੱਠੀ। ਮੈਂ ਕਿਹਾ ਕੀ ਗੱਲ ਹੋ ਗਈ, ਐਸੀ ਕੀ ਪ੍ਰੋਬਲਮ ਆ ਗਈ। ਉਹ ਬਹੁਤ ਜ਼ਿਆਦਾ ਘਬਰਾਈ ਹੋਈ ਤੇ ਪਸੀਨਾ ਹੋਈ ਸੀ, ਤੇ ਉਸਦੇ ਹੱਥ 'ਚ ਇੱਕ ਟਾਵਲ ਫੜਿਆ ਸੀ ਜਿਹੜਾ ਉਹਨੇ ਬੜੀ ਜ਼ੋਰ ਦੀ ਫੜਿਆ ਹੋਇਆ ਸੀਗਾ। ਮੈਂ ਕਿਹਾ ਕੀ ਗੱਲ ਹੋ ਗਈ, ਇਸ ਤਰ੍ਹਾਂ ਇੰਨੀ ਪ੍ਰੋਬਲਮ, ਕੀ ਗੱਲ ਆ ਗਈ, ਸਭ ਠੀਕ ਹੈ? ਕਹਿਣ ਲੱਗੀ ਜੀ ਨਹੀਂ ਠੀਕ ਨਹੀਂ। ਕਹਿੰਦੀ ਮੈਨੂੰ ਹੁਣੇ ਗੁਰੂ ਜੀ ਨੇ ਦਰਸ਼ਨ ਦਿੱਤੇ ਨੇ। ਮੈਂ ਸੋਚੀ ਪੈ ਗਿਆ ਮਹਾਰਾਜ ਨੇ ਦਰਸ਼ਨ ਦਿੱਤੇ ਨੇ। ਕਹਿੰਦੀ ਗੁਰੂ ਮਹਾਰਾਜ ਆਏ ਨੇ ਮੇਰੇ ਕੋਲ ਔਰ ਆ ਕੇ ਮੈਨੂੰ ਕਹਿੰਦੇ ਚੱਲ ਆਂਟੀ ਤੈਨੂੰ ਮੈਂ ਲੈਣ ਆਇਆ ਵਾਂ। ਸੋਚ ਪੈ ਗਈ ਮੈਨੂੰ ਲੈਣ ਆਇਓ। ਕਹਿੰਦੀ ਗੁਰੂ ਜੀ ਮੈਂ ਤਾਂ ਤੁਹਾਡੇ ਕੋਲ ਆਈ ਸੀਗੀ ਆਪਣੇ ਬੇਟੇ ਵਾਸਤੇ, ਤੇ ਤੁਸੀਂ ਮੈਨੂੰ ਕਹਿੰਦੇ ਮੈਂ ਤੈਨੂੰ ਲੈਣ ਆਇਆ ਵਾਂ। ਕਹਿੰਦੇ ਨਹੀਂ ਮੈਂ ਤੈਨੂੰ ਲੈਣ ਆਇਆ, ਤੂੰ ਚੱਲ ਮੇਰੇ ਨਾਲ। ਇਹ ਕਹਿਣ ਲੱਗੀ ਮੇਰੇ ਬੱਚੇ ਬਹੁਤ ਛੋਟੇ ਨੇ ਹਾਲੇ, ਔਰ ਮੈਂ ਤਾਂ ਆਪਣੇ ਬੇਟੇ ਦੀ ਪ੍ਰੋਬਲਮ ਵਾਸਤੇ ਤੁਹਾਡੇ ਕੋਲ ਆਈ ਸੀਗੀ, ਤੇ ਤੁਸੀਂ ਕਹਿੰਦੇ ਮੈਂ ਤੈਨੂੰ ਲੈਣ ਆਇਆ ਵਾਂ। ਗੁਰੂ ਜੀ ਦੇ 2-3 ਵਾਰ ਇਹੀ ਸ਼ਬਦ ਦੁਹਰਾਏ ਕਿ ਚੱਲ ਮੈਂ ਤੈਨੂੰ ਲੈਣ ਆਇਆ, ਪਰ ਉਹ ਕਹਿੰਦੀ ਜੀ ਮੈਂ ਨਹੀਂ ਜਾਣਾ, ਮੇਰੇ ਬੱਚੇ ਹਾਲੇ ਬਹੁਤ ਛੋਟੇ ਨੇ। ਗੁਰੂ ਜੀ ਕਹਿਣ ਲੱਗੇ ਅੱਛਾ ਦੱਸ ਫਿਰ। ਕਹਿਣ ਲੱਗੇ ਜੀ ਮੈਂ ਤਾਂ ਵਿਸ਼ੂ ਵਾਸਤੇ ਆਈ ਸੀ, ਮੇਰੇ ਬੇਟੇ ਦਾ ਨਾਮ ਵਿਸ਼ਾਂਤ ਹੈ, ਘਰ 'ਚ ਅਸੀਂ ਉਹਨੂੰ ਵਿਸ਼ੂ ਕਹਿੰਦੇ ਆ। ਕਹਿੰਦੇ ਮੈਂ ਵਿਸ਼ੂ ਵਾਸਤੇ ਆਈ ਸੀਗੀ ਔਰ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਤੈਨੂੰ ਲੈਣ ਆਇਆ। ਗੁਰੂ ਜੀ ਕਹਿੰਦੇ ਲਿਆ ਇਹਦੀ ਬਾਂਹ ਫੜਾ ਫਿਰ ਮੈਨੂੰ। ਗੁਰੂ ਜੀ ਨੇ ਉਸ ਮੇਰੇ ਬੇਟੇ ਦੀ ਬਾਂਹ ਫੜੀ ਤੇ ਅੱਗੇ ਚੱਲ ਪਏ। ਤੇ ਮੇਰੇ ਗੁਰੂ ਜੀ ਕਹਿੰਦੇ ਮੇਰੀ ਆਂਟੀ ਨੂੰ ਕਿ ਚੱਲ ਤੂੰ ਮੇਰੇ ਪਿੱਛੇ ਆ ਜਾ। ਗੁਰੂ ਜੀ ਕਾਫੀ ਸਪੀਡ ਨਾਲ ਲੱਗੇ ਜਾ ਰਹੇ ਸੀ ਬੇਟੇ ਦੀ ਬਾਂਹ ਫੜ ਕੇ, ਤੇ ਮੇਰੀ ਆਂਟੀ ਉਹਨਾਂ ਦੇ ਮਗਰ ਜਾ ਰਹੀ ਹੈ। ਸੰਗਤ ਜੀ ਜਿੰਨੀ ਅੱਜ ਸੰਗਤ ਵਧੀ ਹੋਈ ਹੈ, ਜਿੰਨਾ ਕੁ ਭੀੜ, ਜਿੰਨੀ ਕੁ ਸੰਗਤ ਅੱਜ ਦੇ ਟਾਈਮ 'ਚ ਅਸੀਂ ਦੇਖਦੇ ਹਾਂ, ਮੇਰੀ ਆਂਟੀ ਨੇ ਉਸ ਟਾਈਮ ਦੇ ਉੱਤੇ ਇਹ ਸਾਰੀ ਸੰਗਤ ਦੇਖੀ ਹੋਈ ਹੈ। ਬਹੁਤ ਜ਼ਿਆਦਾ ਭੀੜ ਸੀ ਤੇ ਗੁਰੂ ਜੀ ਦੇ ਪਿੱਛੇ ਜਾਂਦੇ ਹੋਏ ਅਖੀਰ ਤੇ ਗੁਰੂ ਜੀ ਬਹੁਤ ਅੱਗੇ ਨਿਕਲ ਗਏ ਉਸ ਭੀੜ 'ਚੋਂ। ਤੇ ਮੇਰੀ ਆਂਟੀ ਨੇ ਜ਼ੋਰ ਦੀ ਆਵਾਜ਼ ਮਾਰੀ ਕਿ ਗੁਰੂ ਜੀ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਪਾ ਰਹੀ, ਰਸ਼ ਬਹੁਤ ਹੈ।
ਗੁਰੂ ਜੀ ਦੇ ਪਿੱਛੇ ਮੁੜ ਕੇ ਦੇਖਿਆ, ਕਹਿੰਦੇ ਅੱਛਾ ਨਹੀਂ ਪਹੁੰਚ ਪਾ ਰਹੀ ਤੇ ਇਹ ਲੈ ਫੜ। ਗੁਰੂ ਜੀ ਨੇ ਇੱਕ ਚੀਜ਼ ਉਛਾਲੀ, ਇਹਨੂੰ ਕਹਿੰਦੇ ਫੜ ਲੈ। ਜਿਵੇਂ ਉਹ ਚੀਜ਼ ਫੜੀ ਤੇ ਮੇਰੀ ਆਂਟੀ ਦੀ ਅੱਖ ਖੁੱਲ ਗਈ। ਉਹਨੇ ਹੱਥ 'ਚ ਉਹ ਟਾਵਲ ਬੜੀ ਜ਼ੋਰ ਦੀ ਫੜ ਕੇ ਰੱਖਿਆ ਹੋਇਆ ਸੀਗਾ। ਇਹ ਜਦੋਂ ਉਹਨੇ ਸੁਪਨਾ ਸੁਣਾਇਆ ਕਿ ਇਸ ਤਰ੍ਹਾਂ ਮੈਂ ਸੁਪਨਾ ਆਇਆ ਮੈਨੂੰ, ਅਸੀਂ ਸੋਚ ਪੈ ਗਏ ਇਹ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਸਾਨੂੰ ਉਸ ਟਾਈਮ ਮਹਾਰਾਜ ਦੇ ਵਾਸਤੇ ਬਾਰੇ 'ਚ ਕੁਝ ਵੀ ਗਿਆਨ ਨਹੀਂ ਸੀ। ਸਵੇਰੇ ਉੱਠਦੇ ਹੀ ਮੈਂ ਭਾਈ ਸਾਹਿਬ ਨੂੰ, ਪੁਸ਼ਕਰਨਾ ਅੰਕਲ ਨੂੰ ਫੋਨ ਕੀਤਾ। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਰਾਤੀ ਕੁਕੂ ਆਂਟੀ ਨੂੰ, ਮੇਰੀ ਵਾਈਫ ਨੂੰ ਇਸ ਤਰ੍ਹਾਂ ਸੁਪਨਾ ਆਇਆ ਕਿ ਮਹਾਰਾਜ ਕਹਿੰਦੇ ਨੇ। ਉਹ ਕਹਿਣ ਲੱਗੇ ਤੁਸੀਂ ਤਾਂ ਬੜੇ ਲੱਕੀ ਹੋ, ਕਿਉਂਕਿ ਮਹਾਰਾਜ ਤਾਂ ਉਸ ਟਾਈਮ ਹਿਊਮਨ ਬੀਇੰਗ ਉਸ ਚੋਲੇ ਵਿੱਚ ਸੀਗੇ। ਤੁਸੀਂ ਕਹਿੰਦੇ ਬਹੁਤ ਲੱਕੀ ਹੋ ਕਿ ਮਹਾਰਾਜ ਨੇ ਤੁਹਾਨੂੰ ਸਾਖਸ਼ਾਤ ਦਰਸ਼ਨ ਦਿੱਤੇ ਨੇ। ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੁਹਾਡੇ ਉੱਤੇ। ਉਹਨਾਂ ਨੇ ਸਾਨੂੰ, ਮੈਂ ਦੱਸਿਆ ਕਿ ਪ੍ਰੋਬਲਮ ਚੱਲਦੀ ਵੀ, ਉਹਨਾਂ ਨੇ ਸਾਨੂੰ ਨੈਕਸਟ ਡੇ ਗੁਰੂ ਜੀ ਦਾ ਸਰੂਪ ਭੇਜ ਦਿੱਤਾ। ਸੰਗਤ ਜੀ ਉਸ ਟਾਈਮ ਦੇ ਉੱਤੇ ਮਹਾਰਾਜ ਦਾ ਸਰੂਪ ਮਿਲਣਾ ਵੀ ਬੜੀ ਇੱਕ ਵੱਡੀ ਗੱਲ ਸੀਗੀ। ਜਿਸ ਤਰ੍ਹਾਂ ਹੀ ਸਾਡੇ ਘਰ ਉਹ ਸਰੂਪ ਪਹੁੰਚਿਆ, ਵੈਰੀ ਨੈਕਸਟ ਡੇ ਜਿਹੜਾ ਆਂਟੀ ਦਾ ਬੁਖਾਰ ਹੈ ਇੱਕਦਮ ਹੀ ਡਾਊਨ ਹੋਣਾ ਸ਼ੁਰੂ ਹੋ ਗਿਆ। ਉਹ 2 ਦਿਨਾਂ ਦੇ ਵਿੱਚ ਟੈਂਪਰੇਚਰ ਹੈ 99 ਡਿਗਰੀ ਦੇ ਉੱਤੇ ਪਹੁੰਚ ਗਿਆ। ਅਸੀਂ ਇਸ ਗੱਲ ਦੇ ਵਿੱਚ ਬੜੇ ਖੁਸ਼ ਹੋਏ ਕਿ ਮਹਾਰਾਜ ਨੇ ਸਾਡੀ ਸੁਣ ਲਈ। ਕਿਸ ਤਰ੍ਹਾਂ ਉਹਨਾਂ ਨੇ ਇਸ ਪ੍ਰੋਬਲਮ ਚੋਂ ਮੇਰੀ ਆਂਟੀ ਨੂੰ ਬਾਹਰ ਕੱਢਤਾ। ਇਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਰਕੇ ਮਹਾਰਾਜ ਦੇ ਨਾਲ ਥੋੜਾ ਥੋੜਾ ਕਨੈਕਸ਼ਨ ਸਾਡਾ ਵੱਧਦਾ ਗਿਆ। ਪਰ ਅਸੀਂ ਕਿਉਂਕਿ ਉਹੀ ਇਨਸਾਨੀ ਜੀਵ ਕਿ ਜਿੱਥੇ ਸ਼ੁਰੂ ਤੋਂ ਜੁੜੇ ਹੋਏ ਆ, ਅਸੀਂ ਸਾਡਾ ਧਿਆਨ ਸਾਡਾ ਉਸ ਪਾਸੇ ਸੀ, ਕਿਉਂਕਿ ਅਸੀਂ ਸਾਰੇ ਫੈਮਿਲੀ ਸ਼ਿਵ ਭਗਤ ਹਾਂ ਤੇ ਸਾਡੀ ਉਹਨਾਂ ਵਾਲੀ ਜ਼ਿਆਦਾਤਰ ਧਿਆਨ ਸੀਗਾ। ਇੱਕ ਇਨਸਾਨ ਨੂੰ ਰੱਬ ਮੰਨਣਾ ਆਮ ਆਦਮੀ ਲਈ ਐਡੀ ਜਲਦੀ ਮੰਨਣਾ ਬੜੀ ਮੁਸ਼ਕਲ ਵਾਲੀ ਗੱਲ ਹੈ। ਅਸੀਂ ਜਦੋਂ ਵੀ ਦਿੱਲੀ ਜਾਣਾ, ਮਹਾਰਾਜ ਦੇ ਦਰਬਾਰ 'ਚ ਜਾਣਾ, ਮੱਥਾ ਟੇਕਣਾ, ਬੈਠ ਕੇ ਸ਼ਬਦ ਸੁਣਨੇ, ਲੰਗਰ ਕਰਨਾ ਤੇ ਘਰ ਵਾਪਸ ਆ ਜਾਣਾ। ਇਹ ਚੱਲਦਾ ਰਿਹਾ ਸਿਲਸਿਲਾ, ਕਾਫੀ ਦੇਰ ਤੱਕ ਚੱਲਦਾ ਰਿਹਾ। ਮਹਾਰਾਜ ਦੇ ਕੋਲ ਜਦੋਂ ਵੀ ਜਾਣਾ, ਕਿਉਂਕਿ ਜ਼ਿਆਦਾਤਰ ਮੇਰੀ ਟੂਰਿੰਗ ਜੌਬ ਸੀਗੀ, ਮੈਂ ਜਦੋਂ ਵੀ ਦਿੱਲੀ ਜੀ ਜਾਂਦਾ ਸੀ ਮੈਂ ਜ਼ਿਆਦਾ ਜਾਂਦਾ ਸੀ। ਮੇਰੀ ਆਂਟੀ ਔਰ ਬੱਚੇ ਬਹੁਤ ਐਵਰੇਜ ਨਹੀਂ ਸੀ ਜਾ ਪਾਉਂਦੇ, ਛੁੱਟੀਆਂ ਤੋਂ ਇਲਾਵਾ ਅਸੀਂ ਨਹੀਂ ਸੀ ਜਾ ਪਾਉਂਦੇ। ਮੇਰੀ ਪ੍ਰੋਬਲਮ ਇੱਕ ਬਹੁਤ ਵੱਡੀ ਚੱਲ ਰਹੀ ਸੀਗੀ, ਹੈਲਥ ਦੀ ਪ੍ਰੋਬਲਮ ਚੱਲ ਰਹੀ ਸੀਗੀ। ਉਸ ਹੈਲਥ ਪ੍ਰੋਬਲਮ ਦੇ ਵਿਚਕਾਰ ਮੈਨੂੰ ਫਿਸਲਾ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਔਰ ਨਾਲ ਪਾਇਲਸ ਦੀ ਬੜੀ ਵੱਡੀ ਦਿੱਕਤ ਚੱਲ ਰਹੀ ਸੀਗੀ। ਟੂਰਿੰਗ ਜੌਬ ਹੋਣ ਦੇ ਕਾਰਨ ਬਾਹਰ ਦਾ ਖਾਣਾ ਵੀ ਖਾਣਾ ਹੈ, ਲੇਕਿਨ ਇਲਾਜ ਇਸ ਤਰ੍ਹਾਂ ਸੀਗਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਹੀ ਨਹੀਂ ਸੀਗਾ। ਮੈਂ ਸੰਗਤ ਜੀ ਉਸ ਟਾਈਮ ਦੇ ਉੱਤੇ ਸਾਡੇ 2006 ਦੀ ਗੱਲ ਹੈ, ਅਸੀਂ ਮਹਾਰਾਜ ਦੇ ਕੋਲ, ਮੇਰੀ ਮੈਰਿਜ ਐਨੀਵਰਸਰੀ ਹੁੰਦੀ ਜੁਲਾਈ 'ਚ, ਅਸੀਂ ਉਦੋਂ ਮਹਾਰਾਜ ਦਾ ਜਨਮ ਦਿਨ ਤੇ ਗੁਰੂ ਪੂਰਨਿਮਾ ਇਕੱਠੀਆਂ ਸੀਗੀਆਂ। ਅਸੀਂ ਦਿੱਲੀ ਆਏ ਹੋਏ ਸੀਗੇ। 2 ਜੁਲਾਈ ਨੂੰ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ, ਜਿਹਨੂੰ ਕਹਿੰਦੇ ਨੇ ਕਿ ਵਰਸਟ ਹੋ ਗਈ, ਕਿ ਸ਼ਾਇਦ ਮੈਨੂੰ ਇਹ ਸੀ ਕਿ ਮਰਨਾ ਜ਼ਿਆਦਾ ਬਿਹਤਰ ਹੈ, ਪਰ ਮੈਂ ਉਹ ਦਰਦ ਝੇਲ ਨਹੀਂ ਸੀ ਪਾ ਰਿਹਾ। ਤੇ ਵੱਡੇ ਭਾਈ ਸਾਹਿਬ ਪੁਸ਼ਕਰਨਾ ਅੰਕਲ ਆਏ ਮੇਰੇ ਕੋਲ, ਕਹਿਣ ਲੱਗੇ ਰਮੇਸ਼ ਚੱਲ ਤੂੰ, ਮੈਂ ਤੈਨੂੰ ਨਾ ਡਾਕਟਰ ਦੇ ਅੱਜ ਲੈ ਕੇ ਜਾਣਾ। ਮੈਂ ਰੈਡੀ ਨਹੀਂ ਸੀਗਾ ਡਾਕਟਰ ਕੋਲ ਜਾਣ ਦੇ, ਕਿਉਂਕਿ ਮੈਨੂੰ ਆਪਰੇਸ਼ਨ ਕਰਾਉਣ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ। ਤੇ ਮੈਂ ਕਿਹਾ ਮੈਂ ਨਹੀਂ ਜਾਣਾ। ਬਹੁਤ ਜ਼ਿਆਦਾ ਕਹਿਣ ਤੇ ਮੈਂ ਉਹਨਾਂ ਦੇ ਨਾਲ ਡਾਕਟਰ ਨੂੰ ਦਿਖਾਉਣ ਦੇ ਲਈ ਦਿੱਲੀ ਆ ਗਏ। ਭਾਈ ਸਾਹਿਬ ਮੈਨੂੰ ਸਾਊਥ ਦਿੱਲੀ ਵਿੱਚ ਇੱਕ ਡਾਕਟਰ ਕੋਲ ਲੈ ਕੇ ਆਏ। ਸੰਗਤ ਜੀ ਉਸ ਡਾਕਟਰ ਨੇ ਮੇਰਾ ਚੈੱਕਅਪ ਕਰਨ ਦੇ ਵਿੱਚ ਹੀ ਮੇਰੀ ਜਾਨ ਕੱਢ ਦਿੱਤੀ। ਮੇਰੀ ਇਹ ਹਾਲਤ ਸੀ ਕਿ ਉਹਨੇ 2-3 ਵਾਰ ਮੇਰਾ ਫਿਜ਼ੀਕਲ ਚੈੱਕਅਪ ਕੀਤਾ, ਟਿਊਬ ਦੇ ਵਿੱਚ ਪਾ ਕੇ ਕਿਸ ਤਰੀਕੇ ਨਾਲ ਪੱਟੀਆਂ ਬੈਂਡੇਜ ਪਾ ਕੇ ਚੈੱਕ ਕਰਕੇ ਉਹਨੇ ਦੱਸਿਆ ਕਿ ਇਸ ਟਿਊਬ ਦੇ ਵਿੱਚ ਤੁਹਾਡੇ 5-6 ਜਗ੍ਹਾ ਤੇ ਰੈਪਚਰਸ ਨੇ ਜਿੱਥੋਂ ਪੀਕ ਨਿਕਲਦੀ ਹੈ। ਇਹ ਕੁਝ ਵੀ ਹੋ ਸਕਦਾ ਹੈ, ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋ ਸਕਦੀ ਹੈ, ਕੈਂਸਰ ਵੀ ਹੋ ਸਕਦੀ ਹੈ। ਤੁਸੀਂ ਮੈਨੂੰ ਇਹਦਾ MRI, ਕਲਰਡ MRI ਕਰਾ ਕੇ ਲਿਆਓ ਤਾਂ ਮੈਂ ਐਕਚੁਅਲ ਡਿਸੀਜਨ ਪਹੁੰਚ ਸਕਦਾ, ਫਿਰ ਅਸੀਂ ਅੱਗੇ ਇਲਾਜ ਕਰ ਸਕਦੇ ਹਾਂ। ਮੈਂ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਮੈਂ ਸਾਰਾ ਕੁਝ ਹੁਣ ਲੁਧਿਆਣੇ ਜਾ ਕੇ ਕਰਾਵਾਂਗਾ, ਮੈਂ ਇੱਥੇ ਨਹੀਂ ਕਰਾਉਣਾ, ਤੁਸੀਂ ਮੈਨੂੰ ਨਾ ਹੁਣ ਇੱਥੋਂ ਦੀ ਘਰ ਲੈ ਚਲੋ ਵਾਪਸ। ਪਰ ਉਹ ਇਸ ਗੱਲ 'ਚ ਬਹੁਤ ਜ਼ਿਆਦਾ ਸੀ ਕਿ ਨਹੀਂ ਰਮੇਸ਼, ਹੁਣੇ ਹੀ ਆਪਾਂ ਇਹ ਕੰਮ ਕਰਵਾ ਕੇ ਚੱਲੀਏ ਡਾਕਟਰ ਕੋਲੋਂ, ਆਪਾਂ MRI ਕਰਵਾ ਕੇ ਲੈ ਆਉਂਦੇ ਹਾਂ। ਰੱਬ ਦੀ ਕਰਨੀ ਕਿ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਔਰ ਇੰਨਾ ਜ਼ਿਆਦਾ ਪਾਣੀ ਹੋ ਗਿਆ ਕਿ ਸਾਡੀ ਕਾਰ ਦੇ ਵਿੱਚ ਦੀ ਪਾਣੀ ਨਿਕਲ ਰਿਹਾ ਸੀਗਾ।
ਉਹ ਕਹਿਣ ਲੱਗੇ ਚੱਲ ਫਿਰ ਤੂੰ ਇਸ ਤਰ੍ਹਾਂ ਕਰੀ, ਲੁਧਿਆਣੇ ਜਾ ਕੇ MRI ਕਰਾ ਕੇ ਮੈਨੂੰ ਸਾਰੀ ਰਿਪੋਰਟਸ ਦੇਈ, ਆਪਾਂ ਅੱਗੇ ਫਿਰ ਜੋ ਵੀ ਕਾਰਵਾਈ ਕਰਨੀ ਹੈ, ਜਿਸ ਤਰ੍ਹਾਂ ਦਾ ਵੀ ਕਰਨਾ ਉਹ ਆਪਾਂ ਡਾਕਟਰ ਸਾਹਿਬ ਨੂੰ ਸਲਾਹ ਕਰਕੇ ਕਰ ਲਵਾਂਗੇ। ਜਿਸ ਤਰ੍ਹਾਂ ਅਸੀਂ ਸਾਊਥ ਐਕਸ ਤੋਂ ਬਾਹਰ ਨਿਕਲੇ ਉਸ ਹਸਪੀਟਲ ਤੋਂ, ਰਸਤੇ ਜਾ ਰਹੇ ਸੀ ਤੇ ਮੈਨੂੰ ਇੱਕਦਮ ਕਹਿਣ ਲੱਗੇ, ਕਹਿੰਦੇ ਰਮੇਸ਼ ਮੰਦਿਰ ਦੇ ਵਿੱਚ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਆਪਾਂ ਜਰਾ ਨਾ ਰਸਤੇ ਚੋਂ ਹੋ ਕੇ ਚੱਲੀਏ ਕਿ ਕੋਈ ਸੇਵਾ ਜੇ ਕੋਈ ਜ਼ਰੂਰਤ ਹੈਗੀ ਹੈ ਤੇ ਥੋੜੀ ਬਹੁਤੀ ਸੇਵਾ ਕਰਕੇ ਚੱਲਾਂਗੇ। ਮੈਂ ਕਿਹਾ ਠੀਕ ਹੈ ਜੀ, ਕਿਉਂਕਿ ਮੇਰਾ ਕੋਈ ਇੰਨਾ ਹਾਲੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਕੋਈ ਝੁਕਾਵ ਨਹੀਂ ਸੀਗਾ। ਅਸੀਂ ਮੰਦਿਰ ਵੱਲ ਚੱਲ ਪਏ। ਮੰਦਿਰ ਪਹੁੰਚ ਕੇ ਅੰਦਰ ਐਂਟਰ ਕੀਤਾ, ਕਿਉਂਕਿ ਉਦੋਂ ਮੈਂ ਵੱਡੇ ਮੰਦਿਰ ਜਦੋਂ ਐਂਟਰ ਕੀਤਾ ਤਾਂ ਮੈਂ ਦੇਖਿਆ ਸਾਰੇ ਸੇਵਾਦਾਰ ਆਂਟੀਆਂ ਅੰਕਲ ਸੇਵਾ ਕਰ ਰਹੇ ਨੇ, ਸਾਫ਼ ਸਫਾਈ ਦਾ ਕੰਮ ਚੱਲ ਰਿਹਾ ਸੀਗਾ। ਮੈਨੂੰ ਪੁੱਛਣਾ ਅੰਕਲ ਕਹਿੰਦੇ ਰਮੇਸ਼ ਤੂੰ ਵੀ ਕੋਈ ਸੇਵਾ ਕਰ ਲੈ। ਮੈਂ ਕਿਹਾ ਜੀ ਮੈਂ ਕੀ ਸੇਵਾ ਕਰ ਸਕਦਾ। ਅਚਾਨਕ ਮੇਰੀ ਨਿਗਾਹ ਸਾਹਮਣੇ ਮਹਾਰਾਜ ਦੇ ਸਰੂਪ ਸ਼ਿਵ ਮੂਰਤੀ ਦੇ ਉੱਤੇ ਪਈ। ਬਰਾਸ ਦੀ ਮੂਰਤੀ ਜਿਹੜੀ ਮੰਦਿਰ ਸ਼ਿਵ ਜੀ ਦੀ ਪਈ ਹੋਈ ਹੈ ਵੱਡੇ ਮੰਦਿਰ 'ਚ, ਉਹ ਮੂਰਤੀ ਦੇ ਉੱਤੇ ਮੇਰੀ ਨਿਗਾਹ ਪਈ। ਮੈਂ ਕਿਹਾ ਜੀ ਮੈਂ ਇਹ ਸੇਵਾ ਕਰ ਸਕਦਾ ਵਾਂ। ਉਹ ਕਹਿਣ ਲੱਗੇ ਠੀਕ ਹੈ। ਮੈਂ ਸ਼ਿਵ ਜੀ ਦੇ ਕੋਲ ਆ ਕੇ ਮੱਥਾ ਟੇਕਿਆ, ਕਿਉਂਕਿ ਮੇਰੇ ਆਰਾਧੇ ਦੇਵ ਸ਼ਿਵ ਜੀ ਨੇ। ਮੈਂ ਕਿਹਾ ਚਲੋ ਇਹ ਸੇਵਾ ਵਧੀਆ ਮਿਲ ਗਈ। ਮੈਂ ਕਿਹਾ ਜੀ ਕੀ ਸੇਵਾ ਕਰਨੀ ਹੈ? ਉੱਥੇ ਆਂਟੀਆਂ ਨਾਲ ਬੈਠੀਆਂ ਸੀਗੀਆਂ। ਉਹ ਕਹਿਣ ਲੱਗੇ ਜੀ ਮਹਾਰਾਜ ਦੀ ਸੇਵਾ, ਆਪਾਂ ਇਸ ਮੂਰਤੀ ਨੂੰ ਚਮਕਾਣਾ ਵੈ, ਆਹ ਲੋ ਬਰਾਸੋ ਨਾਲ ਸਾਰਾ ਕੱਪੜਾ ਤੇ ਆਪਾਂ ਇਹਨੂੰ ਮੂਰਤੀ ਨੂੰ ਚਮਕਾਣਾ ਵੈ। ਮੈਂ NCC ਦਾ ਸਰਜੈਂਟ ਰਿਹਾ ਜੀ, ਔਰ ਮੇਰੇ ਦਿਮਾਗ 'ਚ ਥੋੜਾ ਜਿਹਾ ਇਸ ਗੱਲ 'ਚ ਘਮੰਡ ਆ ਗਿਆ। ਮੈਂ ਕਿਹਾ ਵੀ ਕੋਈ ਕੰਮਾਂ 'ਚ ਕੰਮ ਦਿੱਤਾ, ਆਪਾਂ 5 ਮਿੰਟ ਲਗਾਣੇ ਨੇ ਤੇ ਮੂਰਤੀ ਚਮਕਾ ਦੇਣੀ ਹੈ। ਮੈਂ ਜੀ ਕੱਪੜਾ ਲੱਗਿਆ, ਉਹ ਆਂਟੀਆਂ ਵੀ ਨਾਲ ਲੱਗੀਆਂ, ਇੱਕ ਪੋਰਸ਼ਨ ਉਹਨਾਂ ਨੇ ਮੈਨੂੰ ਦੇ ਦਿੱਤਾ। ਮੈਂ ਉਹ ਮੂਰਤੀ ਨੂੰ ਪੂਰੀ ਤਰ੍ਹਾਂ ਚਮਕਾਇਆ। ਮੈਨੂੰ ਲੱਗ ਰਿਹਾ ਕਿ ਮੂਰਤੀ ਬਹੁਤ ਜ਼ਿਆਦਾ ਚਮਕ ਰਹੀ ਹੈ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਜੀ ਹਾਲੇ ਨਹੀਂ ਚਮਕੀ। 15 ਮਿੰਟ ਹੋ ਗਏ, ਅਗਲੇ 15 ਮਿੰਟ ਫੇਰ। ਮੈਂ ਕਿਹਾ ਜੀ ਆਂਟੀ ਹੁਣ ਚਮਕ ਗਈ? ਉਹ ਕਹਿਣ ਲੱਗੇ ਨਹੀਂ ਜੀ ਨਹੀਂ ਚਮਕੀ ਅੰਕਲ, ਹੋਰ ਕਰੋ। ਇਸ ਪ੍ਰੋਸੈਸ ਨੂੰ 1 ਘੰਟਾ ਲੱਗ ਗਿਆ ਜੀ। 1 ਘੰਟੇ 'ਚ ਮੇਰੀ ਉਹ ਹਾਲਤ ਹੋ ਗਈ ਕਿ ਜਿਵੇਂ ਪਸੀਨੇ ਦੀਆਂ ਇਸ ਤਰ੍ਹਾਂ ਸੀ ਜਿਵੇਂ ਬਾਲਟੀਆਂ ਭਰ ਕੇ ਬਾਹਰ ਕੱਢ ਦਿਓ। 1 ਘੰਟਾ ਇਸ ਜਦੋਜਹਿਦ ਦੇ ਵਿੱਚ ਅਖੀਰ ਤੇ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ। ਮੈਂ ਕਿਹਾ ਜੀ ਇਹਨਾਂ ਤੋਂ ਮੇਰਾ ਪਿੱਛਾ ਛੁਡਾਓ, ਬਾਕੀ ਆਪਾਂ ਹਿਸਾਬ ਫੇਰ ਕਰ ਲਵਾਂਗੇ, ਮੈਨੂੰ ਮਾਫੀ ਦਿਓ ਜੋ ਮੇਰੇ ਤੋਂ ਗਲਤੀ ਹੋਈ ਹੈ, ਪਰ ਇਹਨਾਂ ਤੋਂ ਮੇਰਾ ਪਿੱਛਾ ਛੁਡਾ ਦਿਓ। ਆਂਟੀਆਂ ਤੋਂ ਇਹਨਾਂ ਨੂੰ ਇੱਕ ਵਾਰੀ ਕਹਿ ਦਿਓ ਕਿ ਮੂਰਤੀ ਚਮਕ ਗਈ ਹੈ। ਮੈਂ ਅਰਦਾਸ ਕੀਤੀ, ਮਾਫੀ ਮੰਗੀ ਮਹਾਰਾਜ ਕੋਲੋਂ। ਤਾਂ ਇੰਨੀ ਦੇਰ ਕਹਿਣ ਤੇ ਬਾਅਦ ਹੀ ਉਹ ਮੈਨੂੰ, ਮੈਂ ਕਿਹਾ ਜੀ ਆਂਟੀ ਚਮਕ ਗਈ ਹੈ? ਉਹ ਕਹਿਣ ਲੱਗੇ ਜੀ ਹਾਂ ਮੂਰਤੀ ਚਮਕ ਗਈ ਹੈ, ਬਹੁਤ ਵਧੀਆ। ਮੈਂ ਹੱਥ ਜੋੜੇ, ਉੱਥੋਂ ਉੱਠਿਆ। ਕਹਿੰਦੇ ਹੋਰ ਸੇਵਾ ਕਰ ਲਓ। ਥੋੜਾ ਜਿਹਾ ਅੱਗੇ ਗਿਆ ਤੇ ਜਿੰਨੇ ਵੀ ਆਪਣੇ ਫੁੱਲਦਾਨ ਪਏ ਨੇ ਵੱਡੇ ਵੱਡੇ ਪਿੱਤਲ ਦੇ, ਉੱਥੇ ਪਾਇਲਟ ਆਂਟੀ ਸੇਵਾ ਕਰ ਰਹੇ ਸੀਗੇ। ਜਦੋਂ ਮੈਂ ਉਹਨਾਂ ਦੇ ਕੋਲ ਜਾ ਕੇ ਸੇਵਾ ਕਰਨ ਲੱਗਾ, ਮੈਂ ਕਿਹਾ ਆਂਟੀ ਸੇਵਾ? ਕਹਿੰਦੇ ਹਾਂਜੀ ਇਹਨੂੰ ਆਪਾਂ ਇਹਨੂੰ ਵੀ ਚਮਕਾਣਾ ਹੈ। ਮੈਂ ਉਹਨਾਂ ਵੱਲ ਧਿਆਨ ਕੀਤਾ, ਉਹਨਾਂ ਦੇ ਗਲੇ ਵਿੱਚ ਸਾਈਂ ਜੀ ਦਾ ਲੋਕਟ ਪਾਇਆ ਸੀਗਾ। ਮੈਂ ਕਿਹਾ ਚਲੋ ਸੰਗਤ ਜੀ, ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2000 'ਚ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ। ਐਕਸੀਡੈਂਟਲੀ ਮੈਂ ਬੰਬੇ ਤੋਂ ਵਾਪਸ ਆ ਰਿਹਾ ਸੀ, ਮੈਨੂੰ ਕਿਸੇ ਬੱਚੇ ਨੇ ਪਾਣੀ ਪਿਲਾ ਦਿੱਤਾ ਸੀਗਾ, ਜਿਸ ਤੋਂ ਬਾਅਦ ਮੇਰੀ ਇਹ ਪੋਜੀਸ਼ਨ ਹੋ ਗਈ ਸੀ ਕਿ ਮੈਂ ਮਰਨੋਂ ਬਚਿਆ ਸੀਗਾ। ਮੈਨੂੰ ਨਾਗਦਾ ਸਟੇਸ਼ਨ ਤੇ ਉਤਾਰ ਲਿਆ ਗਿਆ ਸੀਗਾ ਔਰ 2 ਦਿਨ ਮੇਰੀ ਹਾਲਤ ਬੇਹੋਸ਼ੀ ਦੀ ਹਾਲਤ 'ਚ ਰਿਹਾ ਸੀਗਾ। ਉਸ ਟਾਈਮ ਮੈਂ ਪਹਿਲੀ ਵਾਰ ਸ਼ਿਰਡੀ ਜਾ ਕੇ ਆਇਆ ਸੀਗਾ ਔਰ ਉਹ ਬੱਚਾ ਮੇਰਾ ਸਾਰਾ ਕੁਝ ਜੋ ਵੀ ਮੇਰੇ ਕੋਲ ਬਿਲੋਂਗਿੰਗ ਸੀਗੀਆਂ, ਮੇਰਾ ਪੈਸਾ, ਮੇਰਾ ਟੂਰਿੰਗ ਤੋਂ ਹਰ ਚੀਜ਼ ਲੈ ਗਿਆ ਸੀ। ਪਹਿਲਾਂ ਉਹ ਜਿਹੜਾ ਮੈਂ ਸ਼ਿਰਡੀ ਤੋਂ ਪ੍ਰਸ਼ਾਦ ਲੈ ਕੇ ਆਇਆ ਸੀ ਉਹੀ ਮੇਰੇ ਕੋਲ ਸੀਗਾ ਉਸ ਟਾਈਮ, ਉਹ ਛੱਡ ਕੇ ਗਿਆ ਸੀ। ਉਹ ਪ੍ਰਸ਼ਾਦ ਮੈਂ ਜਦੋਂ ਮੂੰਹ 'ਚ ਪਾਇਆ ਸੀ ਤੇ ਮੈਨੂੰ ਇੰਨੀਆਂ ਵੋਮਟਿੰਗਸ ਆਈਆਂ ਸੀ ਕਿ ਸਮਝ ਲਓ ਕਿ ਉਸ ਪ੍ਰਸ਼ਾਦ ਦੇ ਨਾਲ ਹੀ ਮੈਂ ਬਚਿਆ ਸੀਗਾ। ਸਾਈਂ ਜੀ ਨੂੰ ਵੀ ਸ਼ਿਵ ਰੂਪੀ ਮੰਨਿਆ ਜਾਂਦਾ ਹੈ। ਮੈਂ ਜਦੋਂ ਵੀ ਟੂਰ ਤੇ ਜਾਂਦਾ ਸੀ ਮੈਂ ਸ਼ਿਰਡੀ ਜ਼ਰੂਰ ਹੋ ਕੇ ਜਾਂਦਾ ਸੀ। ਜਦੋਂ ਮੈਂ ਉਹਨਾਂ ਦੇ ਗਲ 'ਚ ਸਾਈਂ ਜੀ ਦਾ ਲੋਕਟ ਦੇਖਿਆ, ਮੈਂ ਕਿਹਾ ਚਲੋ ਕੋਈ ਤਾਂ ਹਮ ਮਿਲਿਆ ਆਪਣੇ ਨਾਲ ਜਿਹਨੇ ਗਲ ਦੇ ਵਿੱਚ ਲੋਕਟ ਪਾਇਆ, ਵੀ ਸਾਈਂ ਜੀ ਦੇ ਭਗਤ ਨੇ। ਮੈਂ ਉਹਨਾਂ ਕਿਹਾ ਆਂਟੀ ਤੁਸੀਂ ਸਾਈਂ ਜੀ ਨੂੰ ਮੰਨਦੇ ਹੋ? ਉਹਨਾਂ ਨੇ ਥੋੜਾ ਮੇਰਾ ਸਟੇਅਰ ਕਰਕੇ ਦੇਖਿਆ, ਕਹਿੰਦੇ ਜੀ ਆਪਣਾ ਕੰਮ ਕਰੋ, ਤੁਸੀਂ ਜਿਹੜੀ ਸੇਵਾ ਕਰ ਰਹੇ ਹੋ। ਮੈਂ ਕਿਹਾ ਠੀਕ ਹੈ ਜੀ। ਮੈਂ ਸੇਵਾ ਕਰਕੇ ਉੱਥੋਂ ਦੀ ਅਸੀਂ ਘਰ ਆ ਗਏ। ਘਰ ਆ ਕੇ ਉਸ ਤੋਂ ਬਾਅਦ ਮਹਾਰਾਜ ਦਾ ਜਨਮ ਦਿਨ ਮਨਾਇਆ, ਗੁਰਪੁਰਨਿਮਾ ਮਨਾਈ, ਫਿਰ ਅਸੀਂ ਲੁਧਿਆਣੇ ਵਾਪਸ ਆ ਗਏ। ਸੰਗਤ ਜੀ, ਜਿਹੜੀ ਕੰਮ ਦੇ ਵਿੱਚ ਮੈਨੂੰ ਖੜੇ ਹੋਣ ਦੀ ਇੰਨੀ ਪ੍ਰੋਬਲਮ ਆਉਂਦੀ ਸੀ, ਮੈਂ ਸਿਪਲੋਕਸ TZ ਦੀਆਂ ਦਿਹਾੜੀ 'ਚ 1000 ਮਿਲੀਗ੍ਰਾਮ ਦੀਆਂ 4 ਗੋਲੀਆਂ ਖਾਂਦਾ ਸੀ, ਤਾਂ ਕਿਤੇ ਜਾ ਕੇ ਮੈਂ ਸਟੈਂਡ ਹੋ ਪਾਉਂਦਾ ਸੀ।
ਨਹੀਂ ਤਾਂ ਹਰ ਅੱਧੇ ਪੌਣੇ ਘੰਟੇ ਬਾਅਦ ਪੀਕ ਇੰਨੀ ਭਰ ਜਾਂਦੀ ਸੀ ਕਿ ਮੇਰੀ ਜਾਨ ਨਿਕਲ ਜਾਂਦੀ ਸੀ, ਮੈਂ ਖੜਾ ਨਹੀਂ ਸੀ ਹੋ ਪਾਉਂਦਾ। ਜਦੋਂ ਗੋਲੀ ਖਾਣੀ ਹੈ, ਪੀਕ ਨਹੀਂ ਰਿਲੀਜ਼ ਹੋਣਾ, ਤਾਂ ਮੇਰੇ 'ਚ ਥੋੜੀ ਜਿਹੀ ਜਾਨ ਆਉਂਦੀ ਸੀ। ਉਸ ਸੇਵਾ, ਮਹਾਰਾਜ ਦੀ ਉਹ ਸੇਵਾ ਕਰਨ ਤੋਂ ਬਾਅਦ 2005 ਦੀ 6 ਦੀ ਉਹ ਸੇਵਾ ਕੀਤੀ ਤੋਂ ਬਾਅਦ ਅੱਜ 16 ਸਾਲ ਹੋ ਗਏ ਨੇ, ਮੈਂ ਦੁਬਾਰਾ ਸਪਲੋਕਸਟੀਜ਼ਰ ਦੀ ਗੋਲੀ ਨਹੀਂ ਦੇਖੀ। ਮੈਂ ਉਸ ਸਿਲਸਿਲੇ ਦੇ ਵਿੱਚ ਕਦੀ ਪੀਕ ਨਹੀਂ ਦੇਖੀ। ਅੱਜ ਤੱਕ ਮਹਾਰਾਜ ਦੀ ਸੇਵਾ ਦੇ ਲਈ 8 ਤੋਂ 10 ਘੰਟੇ ਵੀ ਖੜੇ ਹੋਣਾ ਪੈਂਦਾ ਹੈ। ਮੈਂ ਦੁਬਾਰਾ ਉਸ ਪ੍ਰੋਬਲਮ 'ਚ ਮੁੜ ਕੇ ਦੇਖਿਆ ਹੀ ਨਹੀਂ ਕਿ ਮੈਨੂੰ ਮਹਾਰਾਜ ਨੇ ਉਸ ਇੱਕ ਸੇਵਾ ਦੇ ਵਿੱਚ ਹੀ ਮੇਰੇ ਤੇ ਇੰਨੀ ਕਿਰਪਾ ਕਰਤੀ। ਪਰ ਜਿਹਨੂੰ ਕਹਿੰਦੇ ਨਾ, ਅਸੀਂ ਫੇਰ ਵੀ ਕਿੰਤੂ ਪਰੰਤੂਆਂ ਦੇ ਵਿੱਚ ਚੱਲਦੇ ਹਾਂ। ਅਸੀਂ ਆਣਾ ਮਹਾਰਾਜ ਦੇ ਕੋਲ, ਮੱਥਾ ਟੇਕਣਾ, ਵਾਪਸ ਚਲੇ ਜਾਣਾ। ਮੈਂ ਜਦੋਂ ਟੂਰ ਤੇ ਜਾਂਦਾ ਸੀ, ਮੈਂ ਕਿਉਂਕਿ ਮੇਰਾ ਟੂਰਿੰਗ 15 ਤੋਂ 20 ਦਿਨ ਦੀ ਹੁੰਦੀ ਸੀ, ਹਰ ਵਾਰੀ ਤਾਂ ਨਹੀਂ, ਕਿਤੇ ਨਾ ਕਿਤੇ ਬੈਠੇ ਧਿਆਨ ਦੇ ਵਿੱਚ ਗੱਡੀ 'ਚ ਵੀ ਬੈਠ ਜਾਣਾ, ਘਰ 'ਚ ਵੀ ਬੈਠ ਜਾਣਾ, ਉਸ ਪ੍ਰਮਾਤਮਾ ਦਾ ਨਾਮ ਲੈਂਦੇ ਹੋਣਾ। ਰਮਾਇਣ ਕਾਫੀ ਪੜ੍ਹਦਾ ਸੀ। ਇੱਕ ਦਿਨ ਮੈਂ ਬੈਠਾ ਰਮਾਇਣ ਪੜ੍ਹ ਰਿਹਾ ਸੀ ਤੇ ਗੁਰੂ ਮਹਿਮਾ ਦਾ ਜ਼ਿਕਰ ਆਇਆ ਤੇ ਮੇਰਾ ਆਲ ਆਫ ਅ ਸਡਨ ਹੀ ਧਿਆਨ ਸਿੱਧਾ ਅੰਪਾਇਰ ਸਟੇਟ 'ਚ ਪਹੁੰਚ ਗਿਆ। ਮੈਂ ਧਿਆਨ ਦੇ ਵਿੱਚ ਆਪਣੇ ਅੰਪਾਇਰ ਸਟੇਟ ਦੇ ਵਿੱਚ ਪਹੁੰਚ ਗਿਆ ਔਰ ਜਿੱਥੋਂ ਗੁਰੂ ਮਹਾਰਾਜ ਬਾਹਰ ਨਿਕਲਦੇ ਨੇ, ਮੈਂ ਉਸ ਕਾਰਨਰ ਤੇ ਬੈਠਾ ਆਇਆ ਵਾਂ। ਜਦੋਂ ਵੀ ਅਸੀਂ ਮਹਾਰਾਜ ਕੋਲ ਜਾਈਦਾ ਸੀਗਾ, ਮੇਰਾ ਧਿਆਨ ਗੁਰੂ ਮਹਾਰਾਜ ਦੇ ਚਿਹਰੇ ਵੱਲ ਰਹਿੰਦਾ ਸੀਗਾ। ਉਹ ਤੇਜ ਵੱਲ ਮੈਂ ਦੇਖਦਾ ਰਹਿੰਦਾ ਸੀ ਕਿ ਮਹਾਰਾਜ ਮੇਰੇ ਵੱਲ ਦੇਖਣ, ਔਰ ਮੈਂ ਇੱਕ ਕੁਐਸਚਨ ਕਰਦਾ ਸੀ ਕਿ ਮਹਾਰਾਜ ਤੁਸੀਂ ਕੌਣ ਹੋ, ਮੈਨੂੰ ਇਹਦਾ ਜਵਾਬ ਦਿਓ। ਉਸ ਚਿਹਰੇ ਨੂੰ ਦੇਖਦੇ ਮੈਂ ਹਰ ਵਾਰੀ ਮਹਾਰਾਜ ਦੇ ਮੱਥੇ ਵੱਲ ਦੇਖਣਾ ਤਾਂ ਮੱਥੇ ਦੇ ਉੱਤੇ ਇੱਕ ਬਹੁਤ ਸੈਂਟਰ ਦੇ ਵਿੱਚ ਇਸ ਤਰ੍ਹਾਂ ਦਾ ਤੇਜ ਸੀਗਾ ਜਿਸ ਤਰ੍ਹਾਂ ਕੋਈ ਮਣੀ ਚਮਕਦੀ ਹੁੰਦੀ ਹੈ। ਇਹ ਮੇਰੇ ਆਪਣੇ ਮਨ ਦਾ ਭਾਵ ਸੀ। ਕਿਸੇ ਨੂੰ ਇਹਦੇ ਬਾਰੇ 'ਚ ਪਤਾ ਹੈ ਕਿ ਨਹੀਂ ਪਤਾ, ਲੇਕਿਨ ਮੈਂ ਹਮੇਸ਼ਾ ਹੀ ਸੋਚਦਾ ਸੀ ਕਿ ਮਹਾਰਾਜ ਦੇ ਮੱਥੇ ਦੇ ਉੱਤੇ ਜਿਹੜਾ ਇੱਕ ਸੈਂਟਰ ਦੇ ਵਿੱਚੋਂ ਦੀ ਜਿਸ ਤਰ੍ਹਾਂ ਮਣੀ ਚਮਕਦੀ ਹੈ, ਉਹ ਮਣੀ ਵਾਕਣ ਮੈਨੂੰ ਦਰਸ਼ਨ ਹੁੰਦੇ ਸੀ। ਔਰ ਮੈਂ ਹਰ ਵਾਰੀ ਪੁੱਛਦਾ ਸੀ ਕਿ ਮਹਾਰਾਜ ਮੇਰੇ ਵੱਲ ਦੇਖੋ, ਮੈਨੂੰ ਤੁਸੀਂ ਜਵਾਬ ਦਿਓ। ਕਾਫੀ ਸੰਗਤਾਂ ਸ਼ਾਇਦ ਇਸ ਗੱਲ 'ਚ ਸੋਚਦੀਆਂ ਸੀ ਕਿ ਮਹਾਰਾਜ ਵੱਲ ਨਾ ਦੇਖੀਏ, ਕਿ ਸ਼ਾਇਦ ਮਹਾਰਾਜ ਨੇ ਬੁਲਾ ਲਿਆ ਤੇ ਆਪਣੀ ਫਾਈਲ ਖੁੱਲ ਜਾਏਗੀ। ਪਰ ਮੇਰੀ ਹਰ ਵਾਰੀ ਇਹੀ ਕੋਸ਼ਿਸ਼ ਹੋਣੀ ਕਿ ਮਹਾਰਾਜ ਮੇਰੇ ਵੱਲ ਦੇਖੋ, ਮੈਨੂੰ ਦੇਖ ਕੇ ਜਵਾਬ ਦਿਓ। ਉਸ ਵਿਜ਼ਨ 'ਚ ਜਦੋਂ ਮੈਂ ਮਹਾਰਾਜ ਦੇ ਕੋਲ ਬੈਠਾ ਹੋਇਆ ਸੀਗਾ, ਜਿਵੇਂ ਮਹਾਰਾਜ ਅੰਦਰੋਂ ਅੰਪਾਇਰ ਸਟੇਟ 'ਚ ਆਪਣੇ ਰੂਮ 'ਚੋਂ ਬਾਹਰ ਨਿਕਲੇ ਤਾਂ ਮੇਰੇ ਨਾਲ ਉਹਨਾਂ ਦੀ ਅੱਖ ਨਾਲ ਅੱਖ ਮਿਲ ਗਈ। ਮੈਨੂੰ ਦੇਖ ਕੇ ਹੱਸ ਪਏ, ਕਹਿੰਦੇ, ਮੈਂ ਕਿਹਾ ਮਹਾਰਾਜ ਤੁਸੀਂ ਮੈਨੂੰ ਜਵਾਬ ਦਿਓ, ਤੁਸੀਂ ਕੌਣ ਹੋ? 4 ਕਦਮ ਅੱਗੇ ਚੱਲਣ ਤੇ ਮਹਾਰਾਜ ਨੇ ਆਪਣੇ ਆਪ ਨੂੰ ਸ਼ਿਵ ਰੂਪ 'ਚ ਕਨਵਰਟ ਕਰ ਲਿਆ ਔਰ ਦੂਸਰੇ ਰੂਪ ਆਪਣੇ ਰੂਪ ਦੇ ਵਿੱਚ ਗੱਦੀ ਤੇ ਜਾ ਕੇ ਬੈਠ ਗਏ। ਮੈਨੂੰ ਕਹਿੰਦੇ ਆ ਜਾ ਹੁਣ, ਫਿਰ ਜਿਸ ਰੂਪ 'ਚ ਮੈਨੂੰ ਮਿਲਣਾ ਹੈ ਆ ਜਾ। ਮੈਂ ਔਰ ਮਹਾਰਾਜ ਨੇ ਤਕਰੀਬਨ ਅੱਧਾ ਪੌਣਾ ਘੰਟਾ ਸ਼ਿਵ ਰੂਪ ਦੇ ਵਿੱਚ ਡਾਂਸ ਕੀਤਾ। ਜਦੋਂ ਸ਼ਿਵ ਰੂਪ 'ਚ ਮੈਂ ਡਾਂਸ ਕਰ ਰਿਹਾ ਸੀ, ਮੈਨੂੰ ਕਹਿੰਦੇ ਆ ਜਾ ਹੁਣ ਤੂੰ ਮਜ਼ੇ ਲੈ ਜਿੰਨੇ ਲੈਣੇ ਨੇ। ਵਿਚਕਾਰ ਮੈਂ ਕਿਹਾ ਗੁਰੂ ਜੀ ਮੈਨੂੰ ਥੋੜੀ ਸ਼ਰਮ ਆ ਰਹੀ ਹੈ, ਮੈਨੂੰ ਲੱਗਦਾ ਸਾਰੇ ਲੋਕ ਸਾਨੂੰ ਦੇਖ ਰਹੇ ਨੇ। ਕਹਿੰਦੇ ਤੇਰੇ ਤੇ ਮੇਰੇ ਇਲਾਵਾ ਆਪਾਂ ਨੂੰ ਕੋਈ ਨਹੀਂ ਦੇਖ ਰਿਹਾ, ਤੂੰ ਆਪਣਾ ਆਨੰਦ ਲੈ। ਤੂੰ ਜਿਸ ਰੂਪ 'ਚ ਮੈਨੂੰ ਮੰਗਿਆ ਸੀ ਮੈਂ ਤੈਨੂੰ ਉਸ ਰੂਪ ਦੇ ਵਿੱਚ ਤੇਰੇ ਦਰਸ਼ਨ ਦੇ ਦਿੱਤੇ, ਹੁਣ ਤੂੰ ਆਪਣੀ ਐਸ਼ ਕਰ, ਮਜ਼ੇ ਲੈ। ਅਸੀਂ ਅੱਧਾ ਪੌਣਾ ਘੰਟਾ ਡਾਂਸ ਕਰਨ ਤੋਂ ਬਾਅਦ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੈਂ ਆਪਣੇ ਘਰ ਵਾਪਸ ਆ ਗਿਆ। ਇਹ ਸਾਰਾ ਕੁਝ ਮੇਰਾ ਵਿਜ਼ਨ 'ਚ ਚੱਲ ਰਿਹਾ ਵਾ। ਮੈਂ ਘਰ ਆ ਕੇ ਭਾਈ ਸਾਹਿਬ ਨੂੰ ਫੇਰ ਫੋਨ ਕੀਤਾ। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ। ਉਹਨਾਂ ਨੇ ਮੈਨੂੰ ਕਿਹਾ ਕਿ ਰਮੇਸ਼ ਜੀ, ਕਿਉਂਕਿ ਜਦੋਂ ਮਹਾਰਾਜ ਨੇ ਸਾਰਿਆਂ ਤੋਂ ਸੰਗਤ ਤੋਂ ਸਤਸੰਗ ਮੰਗਵਾਏ ਸੀ, ਮੈਨੂੰ ਕਹਿਣ ਲੱਗੇ ਰਮੇਸ਼ ਤੂੰ ਆਪਣੇ ਐਕਸਪੀਰੀਅੰਸ ਔਰ ਸਤਸੰਗ ਸ਼ੇਅਰ ਕਰ ਦੇ। ਤਾਂ ਉਹਨਾਂ ਨੇ ਮੈਨੂੰ ਇਹ ਸਤਸੰਗ ਵਾਸਤੇ ਕਿਹਾ। ਉਹ ਮੈਂ ਆਪਣਾ ਸਤਸੰਗ ਸ਼ੇਅਰ ਕੀਤਾ ਕਿ ਮਹਾਰਾਜ ਨੇ ਮੈਨੂੰ ਸ਼ਿਵ ਰੂਪ 'ਚ ਇਸ ਤਰ੍ਹਾਂ ਦਰਸ਼ਨ ਦਿੱਤੇ। ਉਹ ਬਹੁਤ ਖੁਸ਼ ਹੋਏ ਕਿ ਮਹਾਰਾਜ ਨੇ ਤੈਨੂੰ ਜੋ ਤੇਰੇ ਮਨ ਦੀ ਮੁਰਾਦ ਸੀਗੀ ਉਹ ਪੂਰੀ ਕਰ ਦਿੱਤੀ। ਇਹ ਮਹਾਰਾਜ ਦੇ ਡਾਂਸ ਕਰਨ ਤੋਂ ਬਾਅਦ ਅਸੀਂ ਬੜੇ ਖੁਸ਼ ਹੋ ਕੇ ਲੁਧਿਆਣੇ ਆਣਾ ਸ਼ੁਰੂ ਆ ਗਏ। ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। 2007 ਦੇ ਵਿੱਚ ਮਹਾਰਾਜ ਦਾ ਇੱਕ ਜਿਹੜਾ ਕੈਲੰਡਰ ਹੈ, ਸ਼ਾਇਦ ਪੁਰਾਣੀ ਸੰਗਤ ਜਿਨ੍ਹਾਂ ਦੇ ਕੋਲ ਕੈਲੰਡਰ ਹੈਗਾ, ਉਹ ਮਹਾਰਾਜ ਦਾ ਉਹ ਸਰੂਪ 'ਚ ਮਹਾਰਾਜ ਬੜੇ ਉਸ ਧਿਆਨ ਦੇ ਵਿੱਚ ਬੈਠੇ ਹੋਏ ਨੇ। ਜਿਹੜਾ ਉਸ ਸਾਲ ਦਾ ਕੈਲੰਡਰ ਬਣਿਆ ਸੀਗਾ, ਇੱਕ ਕੈਲੰਡਰ ਬਣਿਆ ਸੀ ਜਿਸ ਮਹਾਰਾਜ ਬਿਲਕੁਲ ਇਸ ਤਰ੍ਹਾਂ ਬਣੇ ਹੋਏ ਨੇ, ਬੜੇ ਤੁਸੀਂ ਕਹਿ ਸਕਦੇ ਹੋ ਸੋਚ ਡੁੱਬੇ ਹੋਏ। ਉਹ ਕੈਲੰਡਰ ਜਦੋਂ 2007 ਵਿੱਚ ਸਾਨੂੰ ਮਿਲਿਆ, ਘਰ 'ਚ ਲਿਆ ਕੇ ਲਗਾ ਦਿੱਤਾ।
ਮੇਰੀ ਆਦਤ ਸੀਗੀ ਕਿ ਜਦੋਂ ਵੀ ਰੋਜ਼ ਠਾਕੁਰ ਸੇਵਾ ਕਰਦੀ, ਘਰ 'ਚ ਜੋ ਵੀ ਮਹਾਰਾਜ ਦੀ ਮੂਰਤੀਆਂ ਲਗਾਈਆਂ, ਸਰੂਪ ਲਗਾਏ ਹੋਏ ਨੇ, ਔਰ ਉਸ ਕੈਲੰਡਰ ਦੇ ਉੱਤੇ ਮੈਂ ਰੋਜ਼ ਉਸ ਕੈਲੰਡਰ ਦੇ ਉੱਪਰ ਚੰਦਨ ਦਾ ਮਹਾਰਾਜ ਦੇ ਮੱਥੇ ਤੇ ਟਿੱਕਾ ਲਗਾਉਂਦਾ ਸੀਗਾ। ਸ਼ਾਇਦ 2 ਜਾਂ 3 ਦਿਨ ਬੀਤੇ ਹੋਣਗੇ, ਮੈਂ ਉਹ ਮੱਥੇ ਤੇ ਟਿੱਕਾ ਲਗਾ ਦਿੰਦਾ ਸੀ। ਤੀਸਰੇ ਦਿਨ ਬਾਅਦ ਜੋ ਮੈਂ ਮਹਾਰਾਜ ਦੇ ਸਰੂਪ ਦੇ ਉੱਤੇ ਉਹਨਾਂ ਦੀ ਫਿਜ਼ੀਕਲ ਫਾਰਮ 'ਚ ਬੈਠੇ ਹੋਏ ਅੰਪਾਇਰ ਸਟੇਟ ਦੇ ਵਿੱਚ ਦਰਸ਼ਨ ਕਰਦੇ ਹੋਏ ਜੋ ਮੈਂ ਮਹਿਸੂਸ ਕਰਦਾ ਸੀ, ਮਹਾਰਾਜ ਨੇ ਉਹ ਕੈਲੰਡਰ ਦੇ ਉੱਪਰ, ਆਪਣੀ ਉਸ ਸਰੂਪ ਦੇ ਉੱਪਰ ਉਹ ਪ੍ਰਗਟ ਕਰਤਾ। ਜਿਹੜੀ ਜਗ੍ਹਾ ਤੇ ਮੈਂ ਉਹ ਟਿੱਕਾ ਲਗਾਉਂਦਾ ਸੀ, ਉਨੀ ਜਗ੍ਹਾ ਮਹਾਰਾਜ ਨੇ ਆਪਣਾ ਫੋਰਹੈਡ ਵਾਈਟ ਕਰ ਦਿੱਤਾ, ਬਿਲਕੁਲ ਵਾਈਟ ਕਰਤਾ, ਔਰ ਉਸ ਦੇ ਵਿਚਕਾਰ ਓਮ ਔਰ ਗਣੇਸ਼ ਜੀ ਬਣਾ ਦਿੱਤੇ। ਉਹਨਾਂ ਹਿੱਸਾ ਹੀ ਵਾਈਟ ਹੈ, ਬਾਕੀ ਦਾ ਹਿੱਸਾ ਜਿੰਨਾ ਹੈ ਉਹ ਸਾਰਾ, ਜਿੱਥੇ ਤੱਕ ਮੈਨੂੰ ਨਜ਼ਰ ਆਉਂਦਾ ਸੀਗਾ ਮਹਾਰਾਜ ਦਾ ਹਿੱਸਾ ਵਾਈਟ ਮਨੀ ਦੀ ਤਰ੍ਹਾਂ, ਉਹ ਹਿੱਸਾ ਮਹਾਰਾਜ ਨੇ ਵਾਈਟ ਕਰ ਦਿੱਤਾ, ਔਰ ਬਾਕੀ ਦੇ ਹਿੱਸੇ ਨੂੰ ਜਿਸ ਤਰ੍ਹਾਂ ਵੀ ਕੈਲੰਡਰ ਦੀ ਬਾਕੀ ਦੀ ਪ੍ਰਿੰਟਿੰਗ ਹੈ ਉਹ ਸੇਮ ਦੀ ਉਸੇ ਤਰ੍ਹਾਂ ਹੀ ਰਹੀ। ਮਹਾਰਾਜ ਨੇ ਉਹ ਜਵਾਬ ਦੇ ਦਿੱਤਾ ਕਿ ਤੇਰੀ ਜੋ ਮਨ ਦੀ ਭਾਵ ਸੀਗਾ, ਮੈਂ ਵਾਕਈ ਹੀ ਉਹੀ ਹੈਗਾ। 2007 ਵਿੱਚ ਮਹਾਰਾਜ ਨੇ ਇਹ ਚੋਲਾ ਛੱਡਤਾ, ਔਰ ਸਾਡੇ ਦਿਮਾਗ ਦੇ ਵਿੱਚ ਆ ਗਿਆ ਕਿ ਗੁਰੂ ਮਹਾਰਾਜ ਤਾਂ ਹੁਣ ਚਲੇ ਗਏ, ਹੁਣ ਅਸੀਂ ਕੀ ਕਰਾਂਗੇ, ਕਿੱਥੇ ਜਾਵਾਂਗੇ, ਕਿਵੇਂ ਮਿਲਾਂਗੇ, ਔਰ ਹੌਲੀ ਹੌਲੀ ਕਰਦੇ ਹੋਏ ਸਾਡਾ ਕਨੈਕਸ਼ਨ ਕੱਟਣਾ ਸ਼ੁਰੂ ਹੋ ਗਿਆ। ਕਾਫੀ ਦੇਰ ਕਿਤੇ ਜਾਣਾ, ਮੱਥਾ ਟੇਕ ਲੈਣਾ, ਭਾਈ ਸਾਹਿਬ ਨਾਲ ਗੱਲਬਾਤ ਕਰ ਲੈਣੀ, ਟੈਲੀਫੋਨ ਤੇ ਤਾਂ ਜਦੋਂ ਵੀ ਗੱਲਬਾਤ ਹੋਣੀ 2007 ਤੋਂ ਬਾਅਦ ਉਹਨਾਂ ਨਾਲ ਜਦੋਂ ਵੀ ਕੋਈ ਗੱਲਬਾਤ ਹੋਣੀ ਤਾਂ ਉਹਨਾਂ ਨੇ ਕਹਿਣਾ ਜੀ ਅਸੀਂ ਸਤਸੰਗ ਤੇ ਗਏ ਹੋਏ ਹਾਂ। ਅਸੀਂ ਇਸ ਚੀਜ਼ 'ਚ ਬੜੇ ਪਰੇਸ਼ਾਨ ਸੀ ਕਿਉਂਕਿ ਲੁਧਿਆਣੇ ਦੇ ਵਿੱਚ ਕੋਈ ਸਤਸੰਗ ਨਹੀਂ ਸੀ ਹੁੰਦਾ, ਨਾ ਹੀ ਸਾਨੂੰ ਕੋਈ ਸੰਗਤ ਨਾਲ ਕਿਸੇ ਨਾਲ ਇੰਟਰੈਕਸ਼ਨ ਸੀ ਕਿ ਲੁਧਿਆਣੇ 'ਚ ਕੋਈ ਸੰਗਤ ਹੈਗੀ ਹੈ। ਅਸੀਂ ਕਹਿੰਦੇ ਸੀ ਠੀਕ ਹੈ, ਇਹ ਸਤਸੰਗ ਤੇ ਗਏ ਨੇ, ਸਾਨੂੰ ਕਦੀ ਮੌਕਾ ਹੀ ਨਹੀਂ ਮਿਲਦਾ ਤੇ ਸਾਨੂੰ ਵੀ ਅਸੀਂ ਸਤਸੰਗ ਤੇ ਜਾਈਏ। 2012 ਦੇ ਵਿੱਚ ਸਾਡੇ ਭਾਈ ਸਾਹਿਬ ਦਾ, ਵੱਡੇ ਵਾਲੇ ਭਾਈ ਸਾਹਿਬ SK ਪੁਸ਼ਕਰਨਾ ਜੀ ਦਾ ਫੋਨ ਆਇਆ ਕਿ ਲੁਧਿਆਣੇ ਵਿੱਚ ਰਮੇਸ਼ ਇੱਕ ਜਗ੍ਹਾ ਤੇ ਸਤਸੰਗ ਹੋ ਰਿਹਾ ਔਰ ਤੁਹਾਨੂੰ ਉਸ ਦਾ ਐਡਰੈਸ ਭੇਜ ਰਹੇ। ਅਸੀਂ ਬਹੁਤ ਖੁਸ਼, ਜਿਵੇਂ ਸਾਡੀ ਕੋਈ ਲਾਟਰੀ ਨਿਕਲ ਗਈ ਹੋਵੇ। ਲੁਧਿਆਣੇ 'ਚ ਮਾਰਚ ਦੇ ਵਿੱਚ 2012 'ਚ ਸਤਸੰਗ, ਸਾਡੇ ਸੰਗਤ ਅਸ਼ੋਕ ਸਵਾਮੀ ਅੰਕਲ, ਉਹਨਾਂ ਦੇ ਘਰ ਸਤਸੰਗ ਹੋਇਆ ਸੀ। ਅਸੀਂ ਬੜੇ ਖੁਸ਼ੀ ਨਾਲ ਉਸ ਸਤਸੰਗ ਤੇ ਜਾਣ ਦੀ ਤਿਆਰੀ ਕੀਤੀ, ਪਰ ਉਹਨਾਂ ਦਿਨਾਂ ਦੇ ਵਿੱਚ ਨਵਰਾਤੇ ਚੱਲ ਰਹੇ ਸੀਗੇ। ਸਾਡੇ ਘਰ ਖੇਤਰੀ ਵਿਧੀ ਜਾਂਦੀ ਹੈ ਔਰ ਅਸੀਂ ਦੋਨੋਂ ਵਾਰ ਦੇ ਜਿਹੜੇ ਨਵਰਾਤੇ ਨੇ ਉਹ ਰੱਖਦੇ ਸੀਗੇ, ਪੂਰੇ ਨਰਾਤੇ ਰੱਖਦੇ ਸੀਗੇ। ਜਦੋਂ ਨਰਾਤਿਆਂ ਦਾ ਵਿੱਚ ਆਈ ਗੱਲ ਤੇ ਮੈਂ ਆਪਣੀ ਆਂਟੀ ਨੂੰ ਕਿਹਾ, ਮੈਂ ਕਿਹਾ ਕੁਕੂ ਆਂਟੀ ਨਵਰਾਤੇ ਚੱਲ ਰਹੇ ਨੇ ਔਰ ਉੱਥੇ ਆਪਾਂ ਨੂੰ ਲੰਗਰ ਪ੍ਰਸ਼ਾਦ ਖਾਣ ਨੂੰ ਮਿਲਣਾ ਹੈ, ਤੁਸੀਂ ਦੱਸੋ ਕੀ ਪਲੈਨਿੰਗ ਹੈ ਵੀ ਆਪਾਂ ਲੰਗਰ ਜ਼ਰੂਰ ਕਰਨਾ ਹੈ। ਉਹ ਕਹਿਣ ਲੱਗੇ ਜੀ ਬਿਲਕੁਲ ਠੀਕ ਹੈ, ਆਪਾਂ ਮਹਾਰਾਜ ਦਾ ਲੰਗਰ ਕਰਨਾ ਹੈ, ਆਪਾਂ ਸਤਸੰਗ ਤੇ ਚੱਲੀਏ। ਅਸੀਂ ਉਸ ਘਰ 'ਚ ਜਾ ਕੇ ਸਤਸੰਗ ਅਟੈਂਡ ਕੀਤਾ ਸਵਾਮੀ ਅੰਕਲ ਦੇ। ਮਹਾਰਾਜ ਦੀ ਬੜੀ ਕਿਰਪਾ ਹੋਈ, ਲੰਗਰ ਪ੍ਰਸ਼ਾਦ ਖਾਧਾ। ਉੱਥੋਂ ਨਿਕਲ ਕੇ ਅਸੀਂ ਮਾਰਚ ਦੇ ਮਹੀਨੇ ਦੇ ਸਤਸੰਗ ਹੋਇਆ। ਮੇਰੀ ਬੇਟੀ 2011 ਦੇ ਵਿੱਚ ਪੁਸ਼ਕਰਨਾ ਅੰਕਲ ਕੋਲ ਆਪਣੀ ਇੱਕ ਸਟੱਡੀ ਵਾਸਤੇ ਫਿਰਜੇ ਵਿੱਚ ਤਿਆਰੀ ਕਰਨ ਲਈ ਆਈ ਸੀਗੀ, ਆਪਣੇ IIT ਦੇ ਪੇਪਰ ਨੂੰ ਤਿਆਰ ਕਰਨ ਲਈ। ਉਹ 2011 'ਚ ਆਈ ਹੋਈ ਸੀ ਔਰ 2012 ਦੇ ਵਿੱਚ ਅਪ੍ਰੈਲ ਦੇ ਵਿੱਚ ਉਹਨੇ ਸਾਨੂੰ ਇੱਕ ਮੈਸੇਜ ਭੇਜਿਆ। ਉੱਥੇ ਰਹਿ ਕੇ ਉਹਦੀ ਗੁਰੂ ਮਹਾਰਾਜ ਨਾਲ ਇੰਟਰੈਕਸ਼ਨ ਬਹੁਤ ਵਧੀਆ ਹੋ ਗਈ ਸੀ, ਬਹੁਤ ਜ਼ਿਆਦਾ ਉਹਦਾ ਗੁਰੂ ਜੀ ਨਾਲ ਕਨੈਕਸ਼ਨ ਬਣ ਗਿਆ ਸੀ। ਸਾਨੂੰ ਉਹਨੇ ਮੈਸੇਜ ਭੇਜਿਆ ਕਿ ਪਾਪਾ ਗੁਰੂ ਮਹਾਰਾਜ ਨੇ ਕਿਹਾ ਕਿ ਮਾਂ ਪਿਓ ਨੂੰ ਕਿਹਾ ਅਪ੍ਰੈਲ ਦੇ ਵਿੱਚ ਸਾਨੂੰ ਉਹਨਾਂ ਨੇ ਇੱਕ ਡੇਟ ਦਿੱਤੀ ਬੇਟੀ ਨੇ ਕਿ ਇਸ ਤਰੀਕ ਨੂੰ ਜਲੰਧਰ ਮੰਦਿਰ ਜਾ ਕੇ ਆਣ ਔਰ ਲੰਗਰ ਕਰਕੇ ਆਣ। ਸੰਗਤ ਜੀ ਸਾਨੂੰ ਨਹੀਂ ਸੀ, ਅਸੀਂ ਲੁਧਿਆਣੇ ਰਹਿੰਦੇ ਹੋਏ ਵੀ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਮਹਾਰਾਜ ਦਾ ਸਥਾਨ ਦੁਗਰੀ ਤੋਂ ਇਲਾਵਾ ਜਲੰਧਰ ਵੀ ਹੈਗਾ, ਨਾ ਹੀ ਕਦੀ ਸੀ ਇਹਨਾਂ ਧਿਆਨ ਦਿੱਤਾ ਸੀ। ਇੱਕ ਦੋ ਵਾਰੀ ਭਾਈ ਸਾਹਿਬ ਨੇ ਕਿਹਾ ਵੀ ਕਿ ਮੱਥਾ ਟੇਕਿਆ, ਪਰ ਜਿਵੇਂ ਇਸ ਤਰ੍ਹਾਂ ਕਹਿੰਦੇ ਨਾ ਵੀ ਜਿੱਥੇ ਸ਼ੁਰੂਆਤ ਹੋਈ ਹੋਈ ਸੀ, ਸ਼ੁਰੂਆਤ ਅੰਪਾਇਰ ਸਟੇਟ ਵੱਡੇ ਮੰਦਿਰ ਤੋਂ ਹੋਈ ਸੀ, ਜਦੋਂ ਵੀ ਗਏ ਅਸੀਂ ਉੱਥੇ ਹੀ ਗਏ ਸੀਗੇ, ਜਲੰਧਰ ਮੰਦਿਰ ਵੱਲ ਕਦੀ ਸਾਡਾ ਪੈਰ ਪਿਆ ਹੀ ਨਹੀਂ ਸੀਗਾ। ਉਹਨੇ ਕਿਹਾ ਜੀ ਕਿ ਗੁਰੂ ਜੀ ਨੇ ਕਿਹਾ ਵਾ ਕਿ ਮਾਂ ਪਿਓ ਨੂੰ ਕਿਹਾ ਜਲੰਧਰ ਮੰਦਿਰ ਜਾ ਕੇ ਇਸ ਤਰੀਕ ਨੂੰ ਮੱਥਾ ਟੇਕ ਕੇ ਆਉਣ ਤੇ ਲੰਗਰ ਕਰਕੇ ਆਉਣ। ਮਾਰਚ ਅਸੀਂ ਸਤਸੰਗ ਸ਼ੁਰੂ ਕਰਤੇ ਸੀ, ਅਪ੍ਰੈਲ ਦੇ ਵਿੱਚ ਅਸੀਂ ਫੇਰ ਸਤਸੰਗ ਲੁਧਿਆਣੇ ਹੋਇਆ ਔਰ ਉਸ ਤੋਂ ਬਾਅਦ ਅਸੀਂ ਜਲੰਧਰ ਮੰਦਿਰ ਨੂੰ ਮੱਥਾ ਟੇਕਣ ਗਏ। ਔਰ ਯਕੀਨ ਮੰਨੋ ਕਿ ਉਹ ਜਿਹੜੀ ਤਰੀਕ ਸੀਗੀ ਉਹ ਉਸ ਨੂੰ ਪੂਰਨਮਾਸ਼ੀ ਸੀ ਔਰ ਜਲੰਧਰ ਮੰਦਿਰ 'ਚ ਮਹੀਨੇ 'ਚ ਇੱਕ ਦਿਨ ਹੀ, ਪੂਰਨਮਾਸ਼ੀ ਵਾਲੇ ਦਿਨ ਹੀ ਲੰਗਰ ਪ੍ਰਸ਼ਾਦ ਮਿਲਦਾ ਹੈ।
ਅਸੀਂ ਬੜੇ ਖੁਸ਼ ਹੋਏ ਕਿ ਮਹਾਰਾਜ ਨੇ ਸਾਨੂੰ ਵਿਜ਼ਨ ਚ ਕਹਿਤਾ, ਔਰ ਉਹਨਾਂ ਕਹੀ ਵੀ ਹਰ ਨਾਲ ਇਹ ਵੀ ਕਹਿਤਾ ਕਿ ਹਰ ਮਹੀਨੇ ਜਾ ਕੇ ਉੱਥੇ ਮੱਥਾ ਟੇਕ ਕੇ ਆਣਾ ਹੈ ਔਰ ਲੰਗਰ ਪ੍ਰਸ਼ਾਦ ਕਰਕੇ ਆਣਾ ਹੈ। ਅਸੀਂ ਉੱਥੋਂ ਦੀ ਜਲੰਧਰ ਮੰਦਿਰ ਮੱਥਾ ਟੇਕ ਕੇ ਬੜੇ ਖੁਸ਼ ਲੰਗਰ ਖਾਧਾ, ਘਰ ਵਾਪਸ ਆ ਗਏ। ਔਰ ਅਪ੍ਰੈਲ ਦੇ ਵਿੱਚ ਹੀ ਜਿਹੜਾ ਸਤਸੰਗ ਅਟੈਂਡ ਕੀਤਾ ਸੀ ਅਸੀਂ, ਉਸ ਦੇ ਵਿੱਚ ਮਹਾਰਾਜ ਨੇ ਇਹ ਕਿਰਪਾ ਕਰਤੀ ਕਿ ਸਾਡੇ ਮੂੰਹ ਚੋਂ ਕਹਾਈ ਤਾਂ ਕਿ ਮਈ ਦੇ ਵਿਚਕਾਰ ਜਿਹੜਾ ਅਗਲਾ ਸਤਸੰਗ ਹੈ ਉਹਦੀ ਸੇਵਾ ਸਾਨੂੰ ਮਿਲ ਗਈ। ਅਸੀਂ ਕਿਹਾ ਜੀ ਕਿ ਅਗਲਾ ਸਤਸੰਗ ਅਸੀਂ ਕਰਾਵਾਂਗੇ ਮਈ ਦੇ ਵਿਚਕਾਰ। ਮੇਰਾ ਘਰ ਬਹੁਤ ਛੋਟਾ ਜੀ, ਇਹਦੇ ਵਿੱਚ ਹੀ ਮੈਂ ਦੱਸ ਰਿਹਾ ਕਿ ਜਦੋਂ ਅਸੀਂ ਸਤਸੰਗ ਮਹਾਰਾਜ ਨਾਲ ਜੁੜੇ ਸੀਗੇ, ਮੈਂ ਉਦੋਂ ਕਿਰਾਏ ਤੇ ਰਹਿੰਦਾ ਸੀ। ਮਹਾਰਾਜ ਦੇ 2005 ਤੇ ਜੁੜਨ ਤੋਂ ਬਾਅਦ 2006 ਦੇ ਵਿੱਚ ਮੈਂ ਆਪਣੇ ਮਕਾਨ ਦੇ ਵਿੱਚ ਮਹਾਰਾਜ ਨੇ ਮੈਨੂੰ ਆਪਣਾ ਰਹਿਣ ਵਾਸਤੇ ਮਕਾਨ, ਬਹੁਤ ਵਧੀਆ ਮਕਾਨ ਦੇ ਦਿੱਤਾ। ਪਰ ਉਹ ਇੰਨਾ ਵੱਡਾ ਨਹੀਂ ਸੀ ਜਿਹਦੇ ਵਿਚਕਾਰ ਸਾਰੀ ਸੰਗਤ ਆ ਸਕੇ, ਇਸ ਲਈ ਅਸੀਂ ਇੱਕ ਭਵਨ ਬੁੱਕ ਕਰਵਾ ਲਿਆ। ਅਸੀਂ ਉਹਦੇ ਵਿੱਚ ਸਤਸੰਗ ਵਾਸਤੇ ਨਿਯੋਤਾ ਸਾਰੀ ਸੰਗਤ ਨੂੰ ਦੇ ਦਿੱਤਾ। ਅਸੀਂ ਪਹਿਲੇ ਹਫਤੇ ਦੁਗਰੀ ਮੰਦਿਰ ਗਏ, ਉੱਥੇ ਜਾ ਕੇ ਸਾਰੀ ਸੰਗਤ ਨੂੰ ਇਨਵੀਟੇਸ਼ਨ ਦਿੱਤਾ, ਗੁਰੂ ਪਰਿਵਾਰ ਨੂੰ ਇਨਵੀਟੇਸ਼ਨ ਦਿੱਤਾ, ਗੁਰੂ ਜੀ ਦੇ ਸਾਰੇ ਫੈਮਿਲੀ ਨੂੰ ਇਨਵੀਟੇਸ਼ਨ ਦਿੱਤਾ, ਉੱਥੇ ਖੜੇ ਹੋ ਕੇ ਕਿ ਸਾਰੇ ਨੇ ਲੁਧਿਆਣੇ ਸਤਸੰਗ ਤੇ ਆਣਾ। 27 ਮਈ ਨੂੰ ਲੁਧਿਆਣੇ ਅਸੀਂ 2012 ਚ ਸਤਸੰਗ ਹੋਇਆ ਸੀ, ਜਿਸ ਦੇ ਵਿੱਚ ਸਾਰਾ ਗੁਰੂ ਪਰਿਵਾਰ, ਦੁਗਰੀ ਪਿੰਡ ਤੋਂ ਸਾਰੀ ਸੰਗਤ, ਜਲੰਧਰ ਤੋਂ ਸਾਰੀ ਸੰਗਤ, ਗੁਰੂ ਜੀ ਦੇ ਸਿਸਟਰ ਕ੍ਰਿਸ਼ਨਾ ਭੈਣ ਜੀ, ਹੋਰ ਬਹੁਤ ਸੰਗਤਾਂ ਜਿਨ੍ਹਾਂ ਨੂੰ ਅਸੀਂ ਨਹੀਂ ਸੀ ਜਾਣਦੇ, ਉਸ ਸਤਸੰਗ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਸਾਡੇ ਕੋਲ ਭੇਜਿਆ। ਔਰ ਉਸ ਸਤਸੰਗ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੁਰੂ ਮਹਾਰਾਜ ਵਿਜ਼ਨ ਦੇ ਵਿੱਚ ਹਰ ਇੱਕ ਚੀਜ਼ ਦਿਖਾ ਦਿੰਦੇ ਨੇ। ਜਦੋਂ ਸਤਸੰਗ ਦੀ ਤਿਆਰੀ ਕਰਨੀ ਸ਼ੁਰੂ ਕਰਨੀ ਸੀ, ਸਾਡੇ ਕੋਲ ਮਹਾਰਾਜ ਦਾ ਕੋਈ ਸਰੂਪ ਨਹੀਂ ਸੀ। ਮੈਂ ਭਾਈ ਸਾਹਿਬ ਨੂੰ ਕਿਹਾ ਜੀ ਕਿ ਸਾਨੂੰ ਕੋਈ ਸਰੂਪ ਦੱਸੋ ਜਿਹਦੇ ਨਾਲ ਅਸੀਂ ਗੁਰੂ ਜੀ ਦਾ ਸਰੂਪ ਬਣਾ ਸਕੀਏ। ਉਹਨਾਂ ਨੇ ਮੈਨੂੰ ਕਿਹਾ, ਰਮੇਸ਼ ਤੂੰ ਚੈੱਕ ਕਰ ਲੈ, ਜਾਂ ਮੇਰੇ ਕੋਲ ਜਿਹੜਾ ਛੋਟਾ ਸਰੂਪ ਤੈਨੂੰ ਭੇਜਿਆ ਸੀ ਉਹ ਤੋਂ ਦੇਖ, ਜੇ ਵੱਡਾ ਹੁੰਦਾ ਤੇ ਕਰਵਾ ਲੈ। ਮੈਂ ਉਸ ਸਰੂਪ ਨੂੰ ਵੱਡਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਪਿਕਸਲ ਫਟ ਰਹੇ ਸੀ। ਕਹਿਣ ਲੱਗੇ ਮੈਨੂੰ ਕੋਈ ਜ਼ਿਆਦਾ ਕੰਪਿਊਟਰ ਆਪਰੇਟ ਨਹੀਂ ਕਰਨਾ ਆਉਂਦਾ, ਪਰ ਫਿਰ ਵੀ ਮੈਂ ਕੰਪਿਊਟਰ ਖੋਲ ਕੇ ਨਾ ਤੂੰ ਚੈੱਕ ਕਰ ਲੈ, ਜਿਹੜਾ ਵੀ ਤੈਨੂੰ ਸਰੂਪ ਚੰਗਾ ਲੱਗੇ ਉਹ ਸਰੂਪ ਉਹ ਚੋਂ ਕੱਢ ਕੇ ਤੇ ਤੂੰ ਇਹਨੂੰ ਵੱਡਾ ਕਰਵਾ ਲਈ। ਮੈਂ ਮਹਾਰਾਜ ਨੂੰ ਹੱਥ ਜੋੜੇ, ਮੈਂ ਕਿਹਾ ਜੀ ਜਿਹੜਾ ਸਰੂਪ ਵੀ ਪਹਿਲੇ ਨੰਬਰ ਤੇ ਆਏਗਾ ਮੈਂ ਉਹ ਸਰੂਪ ਤੁਹਾਡਾ ਬਣਾ ਲਵਾਂਗਾ। ਸੌਰੀ ਜੀ ਸੰਗਤ ਜੀ, ਪਹਿਲੇ ਨੰਬਰ ਦੇ ਉੱਤੇ ਜਿਹੜਾ ਸਰੂਪ ਸੀਗਾ ਉਹ ਅਭੈ ਐਂਡ ਵਰ ਮੁਦਰਾ ਦਾ ਸਰੂਪ ਹੈ ਮਹਾਰਾਜ ਦਾ, ਜਿਹਦੇ ਵਿੱਚ ਮਹਾਰਾਜ ਵਰਦਾਨ ਵੀ ਦੇ ਰਹੇ ਨੇ ਔਰ ਅਭੈ ਵੀ ਕਰ ਰਹੇ ਨੇ। ਉਹ ਸਰੂਪ ਵੈਸੇ ਉਸ ਦਾ ਨੰਬਰਿੰਗ ਜਿਹੜੀ ਹੈ ਉਸ ਟਾਈਮ ਦੇ ਉੱਤੇ 27 ਸੀਗੀ। 3 ਦਿਨ ਤੱਕ ਉਹ ਸਰੂਪ 1 ਨੰਬਰ ਤੇ ਰਿਹਾ ਸੀਗਾ। ਉਸ ਤੋਂ ਬਾਅਦ ਉਹ ਆਪਣੀ ਆਪ ਉਸ ਜਗ੍ਹਾ ਤੋਂ ਹਿੱਲ ਕੇ ਫਿਰ ਜਿਹੜਾ ਉਹਦਾ ਓਰੀਜਨਲ ਨੰਬਰ ਸੀ ਉਸ ਤੇ ਚਲਾ ਗਿਆ ਸੀ। ਉਹ ਸਰੂਪ ਮੈਂ ਉੱਚੋਂ ਦੀ ਕੱਢ ਕੇ ਉਹਨੂੰ ਤਿਆਰੀ ਕਰਵਾਈ, ਉਹ ਬੜਾ ਵੱਡਾ ਸਰੂਪ ਬਣਵਾਇਆ ਮਹਾਰਾਜ ਦਾ। ਮਹਾਰਾਜ ਨੇ ਉਸ ਟਾਈਮ ਕਿਹੜੇ ਸ਼ਬਦ ਚਲਾਣੇ ਸੀਗੇ, ਜਿਹੜੇ ਵੀ ਸ਼ਬਦ ਸਤਸੰਗ ਤੇ ਚਲਾਣੇ ਸੀਗੇ, ਇੱਕ ਇੱਕ ਸ਼ਬਦ ਮੈਨੂੰ ਦੱਸਿਆ ਕਿ ਇਹ ਸ਼ਬਦ ਚਲਾਣਾ ਹੈ। ਔਰ ਮੈਂ ਪੁਸ਼ਕਾਨਾ ਅੰਕਲ ਨੂੰ ਹਰ ਵਾਰੀ ਪੁੱਛਦਾ ਸੀ, ਮੈਂ ਕਿਹਾ ਇਹ ਵੀ ਸ਼ਬਦ ਹੈ? ਕਹਿੰਦੇ ਹੈਗਾ ਜੀ। ਮੈਂ ਕਿਹਾ ਇਹ ਸ਼ਬਦ ਹੈ? ਉਹਨਾਂ ਨੇ ਕਿਹਾ ਜੀ ਬਿਲਕੁਲ ਸ਼ਬਦ ਇਹੀ ਹੈ। ਉਹ ਸਾਰੇ ਸ਼ਬਦਾਂ ਦੀ ਮੈਂ ਕਿਹਾ ਜੀ, ਕਹਿੰਦੇ ਦੱਸ ਕਾਰਨ ਕੀ ਹੈ? ਮੈਂ ਕਿਹਾ ਜੀ ਮਹਾਰਾਜ ਨੇ ਇਹ ਆਗਿਆ ਦਿੱਤੀ ਹੈ ਕਿ ਇਹ ਸ਼ਬਦ ਚੱਲਣਗੇ ਸਤਸੰਗ ਤੇ, ਔਰ ਪਲੇ ਲਿਸਟ ਪੁਸ਼ਕਾਨਾ ਅੰਕਲ ਹੀ ਬਣਾ ਕੇ ਲਿਆਏ ਸੀ। ਜਿਹੜੇ ਸ਼ਬਦ ਉਹਨਾਂ ਨੇ ਦੱਸੇ ਸੀ ਉਹੀ ਸ਼ਬਦ ਉਹ ਸਤਸੰਗ ਤੇ ਚੱਲੇ ਸੀ। ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਉਸ ਹਾਲੇ ਸਾਡੀ ਇੱਥੇ ਲੁਧਿਆਣੇ 'ਚ ਤੀਸਰਾ ਸਤਸੰਗ ਸੀ, ਉਹ ਮਹਾਰਾਜ ਨੇ ਇੰਨੀ ਮਿਹਰ ਕੀਤੀ ਕਿ ਉਸ ਜਗ੍ਹਾ ਦੇ ਉੱਤੇ 3 ਦਿਨ ਤੱਕ ਫ੍ਰੈਗਰੈਂਸ ਨਹੀਂ ਸੀ ਗਈ ਉਸ ਭਵਨ ਦੇ ਵਿੱਚੋਂ ਦੀ। ਔਰ ਲੋਕ ਲੰਘਦੇ ਪਾਉਂਦੇ ਪੁੱਛਦੇ ਸੀ ਕਿ ਤੁਸੀਂ ਕਿਹੜੀ ਅਗਰਬੱਤੀ ਜਗਾਈ ਹੈ, ਕਿਹੜੀ ਸੈਂਟ ਲਗਾਇਆ। ਪਰ ਅਸੀਂ ਕਿਹਾ ਜੀ ਕੋਈ ਸਾਡਾ ਨਾ ਅਗਰਬੱਤੀ ਨਾ ਸੈਂਟ ਹੈ, ਗੁਰੂ ਮਹਾਰਾਜ ਦੀ ਫ੍ਰੈਗਰੈਂਸ ਹੈ। ਉਹਨਾਂ ਤੋਂ ਬਾਅਦ ਗੁਰੂ ਜੀ ਨੇ ਸਾਡੇ ਨਾਲ ਬਹੁਤ ਕੁਝ, ਬੜੀ ਜਿਹਨੂੰ ਕਹਿੰਦੇ ਨਾ ਵੀ ਬੜੀ ਤੋਂ ਬੜੀ, ਹਰ ਤਰ੍ਹਾਂ ਦੀ ਸਾਡੀ ਮੁਸ਼ਕਲ ਨੂੰ ਹੱਲ ਕੀਤਾ, ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਦੂਰ ਕੀਤਾ। ਦੋ 2012 ਦੇ ਵਿੱਚ ਹੀ ਮੇਰੀ ਆਂਟੀ ਨੂੰ ਇੱਕ ਪ੍ਰੋਬਲਮ ਆ ਗਈ,
ਜਿਹਨੂੰ ਕਹਿੰਦੇ ਆ ਸਕਿਨ ਦੀ ਪ੍ਰੋਬਲਮ ਸੀਗੀ, ਉਹਦੀ ਇਹ ਹਾਲਤ ਸੀ ਕਿ ਉਹ ਜਦੋਂ ਵੀ ਕਿਚਨ 'ਚ ਜਾਂਦੀ, ਜੇ ਗੈਸ ਦੇ ਨੇੜੇ ਵੀ ਚਲ ਜਾਣਾ ਤੇ ਬਹੁਤ ਜ਼ਿਆਦਾ ਬਬਲਸ, ਬਹੁਤ ਜ਼ਿਆਦਾ ਉਸ ਬਾਡੀ ਦੇ ਉੱਤੇ ਰੈਸ਼ਿਜ਼ ਹੋ ਜਾਣੇ, ਔਰ ਇੰਨੀ ਕੁ ਪਰੇਸ਼ਾਨ ਸੀ। ਅਸੀਂ ਉਸਦਾ ਆਯੁਰਵੈਦਿਕ, ਹੋਮਿਓਪੈਥਿਕ, ਐਲੋਪੈਥੀ ਇੰਨਾ ਇਲਾਜ ਕਰਾ ਲਿਆ ਕਿ ਦਿਹਾੜੀ 'ਚ 25 ਤੋਂ 30 ਵਾਰ ਉਹਨੂੰ ਮੈਡੀਸਨ ਖਾਣੀ ਪੈਂਦੀ ਸੀ, ਪਰ ਹਾਲਤ ਫਿਰ ਉਹੀ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਹਰ 10 ਮਿੰਟ ਬਾਅਦ, ਹਰ 15 ਮਿੰਟ ਬਾਅਦ, ਹਰ ਘੰਟੇ ਬਾਅਦ ਦਵਾਈ ਖਾਣੀ ਹੈ, ਲੇਕਿਨ ਫਿਰ 15-20 ਮਿੰਟ ਬਾਅਦ ਉਹੀ ਪੋਜੀਸ਼ਨ ਹੋ ਜਾਂਦੀ ਸੀ ਕਿ ਇੰਨੇ ਰੈਸ਼ਿਜ਼ ਹੋ ਜਾਂਦੇ ਸੀ ਕਿ ਮੈਂ ਕਲਪ ਗਿਆ। ਮਹਾਰਾਜ ਅੱਗੇ ਅਰਦਾਸ ਕੀਤੀ। ਇੰਨੀ ਦਿਨ ਨੂੰ ਵੱਡੇ ਪੁਸ਼ਕਰਨਾ ਅੰਕਲ ਸ਼ਿਵ ਪੁਸ਼ਕਰਨਾ ਜੀ ਨੇ ਫੋਨ ਕੀਤਾ ਕਿ ਰਮੇਸ਼, ਤੂੰ ਇੱਕ ਕੰਮ ਕਿਉਂ ਨਹੀਂ ਕਰਦਾ? ਮਹਾਰਾਜ ਦਾ ਲੋਟਾ ਗੁਰੂ ਚਰਨਾਂ 'ਚ ਰੱਖ ਔਰ ਉਹਦਾ ਜਲ ਕੁੱਕੂ ਨੂੰ ਪਿਲਾ, ਅੱਧਾ ਪੀਵੇ ਔਰ ਅੱਧੇ ਨਾਲ ਇਸ਼ਨਾਨ ਕਰਨਾ ਸ਼ੁਰੂ ਕਰ ਦੇਵੇ। ਮੈਂ ਕਿਹਾ ਜੀ ਠੀਕ ਹੈ, ਜੋ ਤੁਹਾਡੀ ਹੁਕਮ, ਮਹਾਰਾਜ ਨੇ ਜੇ ਆਗਿਆ ਕੀਤੀ ਤਾਂ ਅਸੀਂ ਇਹ ਵੀ ਕੰਮ ਕਰ ਲੈਂਦੇ ਹਾਂ। ਅਸੀਂ ਘਰ 'ਚ ਲੋਟਾ ਮਹਾਰਾਜ ਦਾ ਲਿਆਂਦਾ, ਉਹਨੂੰ ਨਮਕ ਨਾਲ ਜਿਸ ਤਰ੍ਹਾਂ ਮਾਂਜਣ ਲਾਉਣਾ ਕਿਹਾ ਸੀ, ਉਹ ਪ੍ਰੋਸੈਸ ਸ਼ੁਰੂ ਕਰਕੇ ਮਹਾਰਾਜ ਅੱਗੇ ਅਰਦਾਸ ਕੀਤੀ, ਰੱਖਿਆ। ਜਿਉਂ ਅਸੀਂ 2-4 ਦਿਨਾਂ ਦੇ ਵਿੱਚ ਹੀ ਉਸਦੀ ਇਹ ਪੋਜੀਸ਼ਨ ਹੋ ਗਈ ਜੀ ਕਿ ਅਸੀਂ ਭੁੱਲ ਹੀ ਗਏ ਕਿ ਇਹ ਸਾਡੀ ਪੋਜੀਸ਼ਨ ਜਿਹੜੀ ਸੀਗੀ, ਇਹ ਸੋਰਾਇਸਿਸ ਜਿਹਨੂੰ ਕਹਿੰਦੇ ਨੇ, ਸਕਿਨ ਸੋਰਾਇਸਿਸ, ਜਿਸ ਦਾ ਕੋਈ ਇਲਾਜ ਨਹੀਂਗਾ। ਉਹ ਕਿੱਥੇ ਚਲੀ ਗਈ ਪ੍ਰੋਬਲਮ, ਸਾਨੂੰ ਨਹੀਂ ਪਤਾ ਲੱਗਾ। ਮਹਾਰਾਜ ਨੇ ਰੋਜ਼ ਗੜਵੀ ਦੇ ਵਿੱਚ, ਉਸ ਗੜਵੀ 'ਚ ਓਮ ਦੇ ਦਰਸ਼ਨ ਦੇਣੇ, ਕਈ ਦਰਸ਼ਨ ਦੇਣੇ, ਜਿਹਦੇ ਵਿਚਕਾਰ ਮਹਾਰਾਜ ਨੇ ਦੱਸਤਾ ਕਿ ਮੈਂ ਤੁਹਾਡੇ ਨਾਲ ਹਾਂ, ਹਮੇਸ਼ਾ ਤੁਹਾਡੇ ਨਾਲ ਹਾਂ, ਤੁਸੀਂ ਚਿੰਤਾ ਨਾ ਕਰੋ। ਇਸ ਤਰ੍ਹਾਂ ਹੀ ਟਾਈਮ ਚੱਲਦਾ ਰਿਹਾ। ਮੇਰੀ ਬੇਟੀ 2011 ਤੋਂ 12 ਤੱਕ ਉੱਥੇ ਰਹਿਣ ਤੋਂ ਬਾਅਦ ਉਸਦਾ ਐਡਮਿਸ਼ਨ, ਜਿਹੜੀ ਉਹ ਸੋਚ ਕੇ ਆਈ ਸੀ ਕਿ ਮੈਂ IIT 'ਚ ਐਡਮਿਸ਼ਨ ਲੈਣੀ ਹੈ, ਉਸਦੀ ਐਡਮਿਸ਼ਨ ਉੱਥੇ ਨਾ ਹੋਈ। ਉਸਦਾ ਜਿਹੜਾ ਰੈਂਕ ਆਇਆ, ਉਹ ਰੈਂਕ ਗਿਆਨੀ ਜੈਲ ਸਿੰਘ ਕਾਲਜ ਬਠਿੰਡਾ ਦੇ ਵਿੱਚ ਆਇਆ। ਬਠਿੰਡਾ ਕਾਲਜ ਉਹਨੇ ਜੁਆਇਨ ਕਰ ਲਿਆ। ਲੁਧਿਆਣੇ ਉਸਨੇ ਸਤਸੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਗੁਰੂ ਨਾਲ ਅਨੋਇਡ ਸੀ। ਜਦੋਂ ਅਸੀਂ ਸਤਸੰਗ ਕਰਾਇਆ ਕਿ ਗੁਰੂ ਜੀ, ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਮੇਰੀ ਐਡਮਿਸ਼ਨ IIT 'ਚ ਕਰਵਾਉਣਾ, ਤੁਸੀਂ ਮੈਨੂੰ ਕਿੱਥੇ ਲਿਆ ਕੇ ਮਾਰਿਆ, ਇੱਕ ਬਠਿੰਡੇ ਵਰਗੇ ਸ਼ਹਿਰ ਦੇ ਵਿਚਕਾਰ। ਪਰ ਹੁਕਮ ਤਾਂ ਮੰਨਣਾ ਪੈਣਾ ਸੀਗਾ। ਐਡਮਿਸ਼ਨ ਹੋ ਗਈ, ਉੱਥੇ ਕਾਲਜ ਉਹਨੇ ਸ਼ੁਰੂ ਕਰ ਦਿੱਤਾ ਜਾਣਾ। ਲੁਧਿਆਣੇ ਤੋਂ ਜਦੋਂ ਬਠਿੰਡਾ ਪਹੁੰਚਦੀ ਸੀ, ਹਰ 15 ਮਿੰਟ ਬਾਅਦ, 20 ਮਿੰਟ ਬਾਅਦ ਮੇਰੀ ਉਹਦੀ ਕਨਵਰਸੇਸ਼ਨ ਹੁੰਦੀ ਸੀ ਕਿ ਤੂੰ ਹੁਣ ਮੁੱਲਾਂਪੁਰ ਪਹੁੰਚ ਗਈ, ਹੁਣ ਤੂੰ ਸੁਧਾਰ ਪਹੁੰਚ ਗਈ। ਮਤਲਬ ਬੇਟੀ ਹੈ, ਬਹੁਤ ਫਿਕਰ ਹੁੰਦਾ ਸੀ, ਪਰ ਜਦ ਤੱਕ ਟਾਈਮ ਤੇ ਕਾਲਜ ਨਾ ਪਹੁੰਚ ਜਾਵੇ, ਹਮੇਸ਼ਾ ਉਹਦੇ ਵੱਲ ਧਿਆਨ ਲੱਗਾ ਰਹਿੰਦਾ ਸੀ। ਬਠਿੰਡੇ ਦੇ 1 ਸਾਲ 2 ਸਮੈਸਟਰ ਪੂਰੇ ਕਰ ਲਏ, ਤੀਸਰਾ ਸਮੈਸਟਰ ਵੀ ਉਹਦਾ ਪੂਰਾ ਹੋ ਗਿਆ। ਉਸ ਟਾਈਮ ਮੈਂ ਨਵੰਬਰ ਦੇ ਵਿੱਚ ਆਪਣੇ ਟੂਰ ਵਾਸਤੇ ਮੈਂ ਨੇਪਾਲ ਗਿਆ ਆਇਆ ਸੀਗਾ। UP ਔਰ ਨੇਪਾਲ ਮੈਂ ਟੂਰ ਤੇ ਗਿਆ। ਟੂਰ ਦੇ ਉੱਤੇ ਜਦੋਂ ਮੈਂ ਗਿਆ ਸੀ ਤੇ ਉਸ ਤੋਂ ਪਿੱਛੋਂ ਇਹਨੇ ਪ੍ਰੀਲਿਮਿਨਰੀ ਟੈਸਟ ਦੇਣੇ ਸੀਗੇ ਆਪਣੇ ਕਾਲਜ ਦੇ ਵਿੱਚ। ਉਹ ਟੈਸਟ ਵਾਸਤੇ ਬੇਟਾ ਉਹਨੂੰ ਸਵੇਰੇ ਬੱਸ ਸਟੈਂਡ ਤੇ ਛੱਡ ਕੇ ਆਉਂਦਾ ਸੀ। ਸਵੇਰੇ 6 ਵਜੇ ਉਹਨੇ ਜਾਣਾ ਆਪਣੇ ਪੇਪਰ ਦੇਣ ਲਈ। ਸਵੇਰੇ 6 ਵਜੇ ਪੇਪਰ ਦੇਣ ਲਈ ਜਾਂਦੀ ਸੀ, ਟਾਈਮ ਤੇ ਪਹੁੰਚ ਜਾਂਦੀ ਸੀ। ਦੂਸਰੇ ਹੀ ਪੇਪਰ ਦੇ ਉੱਤੇ ਮਹਾਰਾਜ ਨੇ ਉਹਨੂੰ ਕਹਿ ਦਿੱਤਾ ਕਿ ਤੂੰ ਸਵੇਰੇ ਕਾਲਜ ਨਹੀਂ ਜਾਣਾ, ਪੇਪਰ ਨਹੀਂ ਦੇਣਾ। ਬੜੀ ਸੋਚ ਪੈ ਗਈ ਕਿ ਗੁਰੂ ਜੀ ਇਹ ਕੀ ਕਹਿ ਰਹੇ ਹੋ ਤੁਸੀਂ? ਕਹਿੰਦੇ ਤੂੰ ਕਾਲਜ ਨਹੀਂ ਜਾਣਾ, ਪੇਪਰ ਨਹੀਂ ਦੇਣਾ, ਘਰ ਇੱਥੇ ਬੈਠ ਜਾ, ਕਾਲਜ ਨਹੀਂ ਜਾਣਾ। ਬਹੁਤ ਪਰੇਸ਼ਾਨ, ਕਹਿੰਦੀ ਸ਼ਾਇਦ ਮੇਰੇ ਦਿਮਾਗ ਦਾ ਵਹਿਮ ਹੈ ਕਿ ਮਨ ਦਾ ਵਹਿਮ ਹੈ ਜਿਹੜੇ ਮੈਂ ਇਹ ਗੱਲ ਸੁਣ ਰਹੀ ਹਾਂ। ਕਹਿੰਦੀ ਨਹੀਂ ਗੁਰੂ ਜੀ, ਮੇਰੇ ਮਾਂ ਪਿਓ ਕੀ ਸੋਚਣਗੇ, ਬ੍ਰਦਰ ਕੀ ਕਹੇਗਾ ਕਿ ਇਹਨੂੰ ਪੜ੍ਹਾਈ ਨਹੀਂ ਸੀ ਆਉਂਦੀ ਤਾਂ ਪਿੱਛੇ ਗੁਰੂ ਦਾ ਬਹਾਨਾ ਲਗਾ ਕੇ ਇਹ ਕਹਿ ਰਹੀ ਹੈ। ਉਹਨੇ ਜੀ ਬਠਿੰਡਾ ਪੇਪਰ ਦੇਣ ਲਈ ਘਰੋਂ ਨਿਕਲ ਪਈ। ਸੰਗਤ ਜੀ, ਪਹਿਲਾ ਐਕਸੀਡੈਂਟ ਉਹਦਾ ਹੋਇਆ ਮੁੱਲਾਂਪੁਰ। ਬੱਸ ਦੇ ਵਿੱਚ ਪਿੱਛੋਂ ਦੀ ਜਾ ਕੇ ਰੈਮਡ ਹੋਈ। ਕਾਫੀ ਸੰਗਤਾਂ ਨੂੰ, ਕਾਫੀ ਸਵਾਰੀਆਂ ਨੂੰ ਸੱਟਾਂ ਲੱਗੀਆਂ। ਉਹ ਕਾਫੀਆਂ ਨੂੰ ਇਹਨੇ ਉਹਨਾਂ ਦੀ ਨਾਲ ਮਦਦ ਵੀ ਕੀਤੀ ਉਹਨਾਂ ਨੂੰ ਬਾਹਰ ਕੱਢਣ ਲਈ। ਇਹ ਉੱਥੋਂ ਨਿਕਲ ਕੇ ਦੂਸਰੀ ਬੱਸ ਸ਼ਿਫਟ ਹੋਈ। ਦੂਸਰੀ ਬੱਸ ਸ਼ਿਫਟ ਹੋ ਕੇ ਬਰਨਾਲੇ ਜਾ ਕੇ ਦੂਸਰਾ ਐਕਸੀਡੈਂਟ ਹੋਇਆ। ਉਸ ਦੇ ਵਿੱਚ ਵੀ ਇਹਨੂੰ, ਇਹਦੀ ਕੋਹਨੀ ਦੇ ਉੱਤੇ ਔਰ ਇਹਦੀ ਗੁੱਟ ਦੇ ਉੱਤੇ ਸੱਟ ਲੱਗੀ ਕਾਫੀ।
ਬਟ ਦਿਮਾਗ 'ਚ ਇੱਕੋ ਗੱਲ ਸੀ ਕਿ ਪੇਪਰ ਦੇਣ ਲਈ ਪਹੁੰਚਣਾ ਹੈ। ਅਗਲੀ ਬੱਸ ਫੜ ਕੇ ਜਦੋਂ ਬਠਿੰਡੇ ਪਹੁੰਚੀ, ਜਿਸ ਤਰ੍ਹਾਂ ਹੀ ਬੱਸ ਚੋਂ ਬਾਹਰ ਨਿਕਲੀ, ਸਲਿੱਪ ਕੀਤੀ, ਫੇਰ ਡਿੱਗ ਪਈ ਔਰ ਫੇਰ ਗੁੱਟ ਦੇ ਉੱਤੇ ਬਹੁਤ ਸੱਟ ਲੱਗੀ। ਰੁਮਾਲ ਬੰਨਿਆ ਆਪਣੇ ਗੁੱਟ ਦੇ ਉੱਤੇ, ਪੇਪਰ ਦੇਣ ਲਈ ਨਿਕਲਣ ਲੱਗੀ ਤੇ ਫੇਰ ਆਵਾਜ਼ ਆਈ, ਤੈਨੂੰ ਕਿਹਾ ਸੀ ਨਾ ਨਹੀਂ ਆਣਾ, ਕਿਉਂ ਆਈ ਹੈ ਤੂੰ ਇੱਥੇ ਪੇਪਰ ਦੇਣ। ਖੈਰ ਪੇਪਰ ਦੇ ਕੇ ਉਹ ਵਾਪਸ ਆ ਗਈ। ਉਸ ਤੋਂ ਬਾਅਦ ਮੈਂ ਜਦੋਂ ਲੁਧਿਆਣੇ ਵਾਪਸ ਆਈ, 2 ਦਿਨ ਬਾਅਦ ਮੈਂ ਵੀ ਟੂਰ ਤੋਂ ਵਾਪਸ ਆ ਗਿਆ। ਮੈਨੂੰ ਆ ਕੇ ਕਹਿੰਦੀ, ਬੜੀ ਪਰੇਸ਼ਾਨ ਸੀਗੀ, ਮੈਨੂੰ ਕਹਿੰਦੀ ਪਾਪਾ ਜੇ ਤੁਹਾਨੂੰ ਕੋਈ ਕਵੇ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਇਹ ਛੱਡ ਦਿਓ ਤਾਂ ਤੁਸੀਂ ਕੀ ਕਰੋਗੇ। ਮੈਂ ਕਿਹਾ ਬੇਟਾ ਡਿਪੈਂਡ ਕਰਦਾ ਵਾ ਕਹਿਣ ਵਾਲਾ ਕੌਣ ਹੈਗਾ, ਜਿਸ ਤਰ੍ਹਾਂ ਦਾ ਹੋਏਗਾ ਉਸ ਹਿਸਾਬ ਸੇ ਡਿਸੀਜਨ ਲਿੱਤਾ ਜਾਏਗਾ। ਮੇਰਾ ਸਵਿਮਿੰਗ ਮਸ਼ੀਨ ਦਾ ਕੰਮ ਹੈ। ਮੈਨੂੰ ਕਹਿਣ ਲੱਗੀ ਪਾਪਾ ਤੁਹਾਨੂੰ ਜੇ ਗੁਰੂ ਜੀ ਕਹਿਣ ਕਿ ਤੂੰ ਇਹ ਕੰਮ ਛੱਡ ਦੇ ਤਾਂ ਤੁਸੀਂ ਕੀ ਕਰੋਗੇ। ਮੈਂ ਕਿਹਾ ਜੇ ਗੁਰੂ ਜੀ ਦਾ ਹੁਕਮ ਹੈ ਤੇ ਫਿਰ ਮੈਂ ਕੰਮ ਛੱਡ ਦੇਵਾਂਗਾ। ਮੈਂ ਕਿਹਾ ਹੁਣ ਤੂੰ ਦੱਸ ਤੇਰੀ ਪ੍ਰੋਬਲਮ ਕੀ ਹੈ ਬੇਟਾ। ਕਹਿੰਦੀ ਪਾਪਾ ਗੁਰੂ ਜੀ ਨੇ ਮੈਨੂੰ ਕਿਹਾ ਕਿ ਤੂੰ ਕਾਲਜ ਨਹੀਂ ਜਾਣਾ, ਪੜ੍ਹਾਈ ਛੱਡ ਦੇ। ਫਿਰ ਮੈਂ ਕਿਹਾ ਛੱਡ ਦਿਓ। ਕਹਿੰਦੀ ਪਾਪਾ ਤੁਸੀਂ ਬੜੀ 1 ਮਿੰਟ ਦੇ ਵਿੱਚ ਜਵਾਬ ਦੇ ਦਿੱਤਾ ਕਿ ਪੜ੍ਹਾਈ ਛੱਡ ਦਿਓ, ਏਦਾਂ ਕਿਸ ਤਰ੍ਹਾਂ ਹੋ ਸਕਦਾ। ਮੈਂ ਕਿਹਾ ਨਹੀਂ ਬੇਟਾ, ਜੇ ਗੁਰੂ ਜੀ ਨੇ ਆਰਡਰ ਕੀਤਾ ਵਾ ਤੇ ਆਪਾਂ ਨੂੰ ਪੜ੍ਹਾਈ ਛੱਡ ਦੇਣੀ ਚਾਹੀਦੀ, ਆਪਾਂ ਅੱਗੇ ਨਹੀਂ ਜਾਣਾ, ਕਾਲਜ ਤੋਂ ਨਹੀਂ ਜਾਣਾ, ਕੱਲ ਤੋਂ ਤੂੰ ਮੈਂ ਕਿਹਾ ਕਾਲਜ ਨਹੀਂ ਜਾਣਾ। ਅਸੀਂ ਘਰ ਬੈਠ ਗਏ। ਮੈਂ ਕਿਹਾ ਤੂੰ ਪੇਪਰ ਦੇਣ ਨਹੀਂ ਜਾਣੇ, ਜੋ ਹੋਏਗਾ ਦੇਖਿਆ ਜਾਏਗਾ। 4th ਸਮੈਸਟਰ ਸੀ, ਪਰ ਦਿਮਾਗ ਦੇ ਵਿੱਚ ਫੇਰ ਅੰਦਰੋਂ ਇਹ ਕਹਾਣੀ ਚੱਲਣੀ ਸ਼ੁਰੂ ਹੋ ਗਈ ਵੀ ਚਲੋ ਇੱਕ ਕੰਮ ਕਰਦੇ ਹਾਂ, ਇਹਨੂੰ ਕਾਲਜ ਨਹੀਂ ਭੇਜਦੇ ਲੇਕਿਨ ਫੀਸ ਜਮ੍ਹਾਂ ਕਰਵਾ ਦਿੰਦੇ ਹਾਂ ਤਾਂ ਕਿ ਇਹਦਾ ਗੈਪ ਨਾ ਪਵੇ, ਕੋਈ ਨਾ ਕੋਈ ਬਹਾਨਾ ਲਗਾ ਦਿਆਂਗੇ, ਫੀਸ ਤਾਂ ਜਮ੍ਹਾਂ ਕਰਾ ਦਈਏ। ਮੈਂ ਫੀਸ ਜਮ੍ਹਾਂ ਕਰਾਉਣ ਦੇ ਲਈ ਜਿਸ ਤਰ੍ਹਾਂ ਹੀ ਫਾਰਮ ਭਰਨ ਲੱਗਾ ਤੇ ਮੈਨੂੰ ਬੇਟੀ ਦਾ ਫੋਨ ਆ ਗਿਆ, ਕਹਿੰਦੀ ਪਾਪਾ ਗੁਰੂ ਜੀ ਨੇ ਮੈਸੇਜ ਦਿੱਤਾ ਕਿ ਪਿਓ ਨੂੰ ਕਹਿ ਪੈਸੇ ਵੇਸਟ ਕਰੇਗਾ, ਫੀਸ ਨਹੀਂ ਭਰਵਾਣੀ। ਮੈਂ ਵਾਪਸ ਬੈਂਕ ਚੋਂ ਆ ਗਿਆ। ਮੈਂ ਕਿਹਾ ਠੀਕ ਹੈ ਜੀ, ਫੀਸ ਨਹੀਂ ਭਰਾਦੇ, ਜੋ ਹੋਏਗਾ ਦੇਖਿਆ ਜਾਏਗਾ। ਮਹਾਰਾਜ ਨੇ ਟਾਈਮ ਦੇ ਦਿੱਤਾ ਜੀ ਕਿ ਇਸ ਤਰੀਕ ਨੂੰ ਹੋਸਟਲ ਤੋਂ ਜਾ ਕੇ ਸਮਾਨ ਚੁੱਕ ਕੇ ਲਿਆਣਾ ਹੈ, ਇਹ ਸਮਾਨ ਰੱਖਣਾ ਹੈ, ਇਹ ਸਮਾਨ ਉੱਥੇ ਛੱਡ ਕੇ ਆਣਾ ਹੈ। ਔਰ ਟੈਕਸੀ ਵਾਲਾ ਕਿਹੜਾ, ਕਿਉਂਕਿ 3 ਟੈਕਸੀ ਵਾਲਿਆਂ ਨਾਲ ਅਸੀਂ ਐਵਰੇਜ ਨੂੰ ਮੈਂ ਕਈ ਵਾਰੀ ਛੱਡਣ ਜਾਂਦਾ ਸੀਗਾ ਜਦੋਂ ਕਿਤੇ ਸਮਾਨ ਹੁੰਦਾ ਸੀ ਜਾਂ ਕਿਤੇ ਲੇਟ ਹੁੰਦੀ ਸੀ। ਇਸ ਟੈਕਸੀ ਵਾਲੇ ਨਾਲ ਹੀ ਜਾਣਾ ਹੈ, ਉਹ ਇਹਦੇ ਨਾਲ ਜਾ ਕੇ ਸਮਾਨ ਲੈ ਕੇ ਆਣਾ ਵਾਪਸ, ਇਸ ਤਰੀਕ ਨੂੰ ਲੈ ਕੇ ਆਣਾ। ਅਸੀਂ ਹੋਸਟਲ ਗਏ, ਸਾਰਾ ਆਪਣਾ ਸਮਾਨ ਚੁੱਕਿਆ, ਘਰ ਵਾਪਸ ਆ ਗਏ। ਕਿਸੇ ਨੂੰ ਨਹੀਂ ਦੱਸਿਆ ਕਿ ਕੀ ਹੋ ਰਿਹਾ ਹੈ, ਉਹ ਕਿੱਦਾਂ ਹੋ ਰਿਹਾ। ਇਸ ਪ੍ਰੋਬਲਮ 'ਚ ਅਸੀਂ ਫੈਮਿਲੀ ਵਾਲੇ ਹੀ ਚਾਰੋਂ ਹੀ ਨੇ ਬੜੇ ਜੂਝ ਰਹੇ ਸੀ ਕਿ ਮਹਾਰਾਜ ਨੇ ਕਿਹਾ ਕਿ ਇਸ ਟੌਪਿਕ ਨੂੰ ਹਾਲੇ ਕਿਸੇ ਨਾਲ ਵੀ ਡਿਸਕਲੋਜ਼ ਨਹੀਂ ਕਰਨਾ। ਈਵਨ ਮੇਰੇ ਪੇਰੈਂਟਸ ਨਾਲ, ਵੱਡੇ ਭਾਈ ਸਾਹਿਬ ਨਾਲ, ਦੂਸਰੇ ਭਾਈ ਸਾਹਿਬ ਨਾਲ, ਕਿਸੇ ਨਾਲ ਵੀ ਇਸ ਚੀਜ਼ ਨੂੰ ਹਾਲੇ ਨਹੀਂ ਡਿਸਕਲੋਜ਼ ਕਰਨਾ ਜਦ ਤੱਕ ਮੈਂ ਤੁਹਾਨੂੰ ਕੁਝ ਦੱਸਦਾ ਨਹੀਂ। ਕਈ ਵਾਰੀ ਪੁੱਛਣਾ ਉਸਨੇ ਕਿ ਤੁਸੀਂ ਦੱਸੋ ਹੁਣ ਗੁਰੂ ਜੀ ਮੈਂ ਕੀ ਕਰਨਾ ਹੈ, ਟਾਈਮ ਆਉਣ ਤੇ ਦੱਸ ਦੇਵਾਂਗਾ। ਅਪ੍ਰੈਲ ਖਤਮ ਹੋਣ ਤੋਂ ਬਾਅਦ ਮਹਾਰਾਜ ਨੇ ਵਿਜ਼ਨ ਦਿੱਤਾ ਕਿ ਤੂੰ ਯੂਕੇ ਜਾ ਕੇ ਪੜ੍ਹਨਾ ਹੈ। ਕਿੱਥੇ ਪੜ੍ਹਨਾ ਹੈ ਗੁਰੂ ਜੀ? ਯੂਕੇ ਦੀ ਸਟੱਡੀ ਕਰਨ ਜਾਣਾ ਹੈ ਔਰ ਤੂੰ ਮਾਸਟਰ ਆਫ ਇੰਜੀਨੀਅਰਿੰਗ ਯੂਕੇ ਤੋਂ ਜਾ ਕੇ ਕਰਨੀ ਹੈ, MNG। ਮੇਰਾ ਹੈਗਾ ਫਕੀਰ ਬੰਦਾ ਜੀ, ਜਿਹਨੂੰ ਕਿਰਾਏ ਤੇ ਰਹਿੰਦਾ ਸੀ, ਉਹ ਇੱਕ ਛੋਟਾ ਜਿਹਾ ਮਕਾਨ ਗੁਰੂ ਜੀ ਨੇ ਦਿੱਤਾ। ਇਸ ਸੁਪਨੇ ਦੇ ਵਿੱਚ ਵੀ ਨਹੀਂ। ਸਾਡੀ ਆਪਸ 'ਚ ਕਈ ਵਾਰੀ ਬੱਚੇ, ਮੇਰੀ ਆਂਟੀ ਨਾਲ ਲੜਾਈ ਹੁੰਦੀ ਸੀ ਕਿ ਬੱਚਿਆਂ ਨੂੰ ਕਨਵੈਂਟ 'ਚ ਪੜ੍ਹਾਉਣਾ ਹੈ। ਮੈਂ ਕਹਿੰਦਾ ਸੀ ਨਹੀਂ, ਇੰਗਲਿਸ਼ ਮੀਡੀਅਮ ਪੜ੍ਹ ਲਿਆ ਬੱਚਿਆਂ ਨੇ, ਮੋਰ ਦੈਨ ਸਫੀਸ਼ੀਐਂਟ ਹੈ, ਪਰ ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਬੱਚਿਆਂ ਨੂੰ ਕਨਵੈਂਟ 'ਚ ਪਾ ਸਕਾਂ। ਮੈਂ ਆਪਣੇ ਮੀਨਸ ਨਾਲ ਚੱਲਣਾ, ਮੈਂ ਕਿਸੇ ਕੋਲੋਂ ਦੀ ਮੰਗਣਾ ਨਹੀਂਗਾ। ਔਰ ਗੁਰੂ ਜੀ ਨੇ ਆਰਡਰ ਜਾਰੀ ਕਰਤੇ ਕਿ ਯੂਕੇ 'ਚ ਜਾ ਕੇ ਪੜ੍ਹਨਾ। ਇੰਪੋਸੀਬਲ ਟਾਸਕ। ਸਿਰ ਨੀਵੇਂ ਕਰ ਲਿਆ, ਠੀਕ ਹੈ ਜੀ ਜਾਰੀ ਕਰ ਲਓ। ਕਿਹੜੀ ਯੂਨੀਵਰਸਿਟੀ 'ਚ, ਕਿਹੜੀ ਸਟਰੀਮ 'ਚ, ਕਿਹੜੇ ਸ਼ਹਿਰ ਜਾ ਕੇ ਪੜ੍ਹਨਾ ਹੈ, ਮਹਾਰਾਜ ਨੇ ਉਹ ਸਾਰਾ ਕੁਝ ਉਹਨੂੰ ਵਿਜ਼ਨ 'ਚ ਦਿਖਾ ਦਿੱਤਾ। ਸੰਗਤ ਜੀ, ਨਾ ਕੋਈ ਏਜੰਟ, ਨਾ ਕੋਈ ਗਾਈਡ ਕਰਨ ਵਾਲਾ, ਇੱਕੋ ਇੱਕ ਗਾਈਡ ਕਰਨ ਵਾਲਾ ਗੁਰੂ ਮਹਾਰਾਜ। ਫਾਰਮ ਕਿਵੇਂ ਭਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਹਰ ਚੀਜ਼ ਦੀ ਗਾਈਡਲਾਈਨ ਗੁਰੂ ਜੀ ਨੇ ਦਿੱਤੀ। ਉਸ ਗਾਈਡਲਾਈਨ ਨਾਲ ਫਾਰਮ ਭਰ ਕੇ ਥਰੂ ਕਰਤਾ। ਉੱਥੋਂ ਕਾਲ ਆ ਗਈ, ਉਹਨਾਂ ਨੇ ਕਿਹਾ ਜੀ ਕਿ ਹਾਲੇ ਜਿੰਨੇ, ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਪੜ੍ਹੀ ਹੋਈ ਹੈ,
ਜਿੰਨੇ ਪਰਸੈਂਟ ਨੰਬਰ ਹੈਗੇ ਨੇ ਇਹਦੇ ਵਿੱਚ ਹਾਲੇ ਅਸੀਂ ਇਹਨੂੰ ਪਹਿਲਾਂ ਕਾਲਜ 'ਚ ਭੇਜਾਂਗੇ, ਉਸ ਤੋਂ ਬਾਅਦ ਇਹਨੂੰ ਯੂਨੀਵਰਸਿਟੀ 'ਚ ਭੇਜਾਂਗੇ। ਠੀਕ ਹੈ ਜੀ। ਜਿਹੜਾ ਬੱਚਾ ਲੁਧਿਆਣਾ ਤੋਂ ਬਠਿੰਡਾ ਔਰ ਬਠਿੰਡਾ ਤੋਂ ਲੁਧਿਆਣਾ ਵਾਪਸ ਆਉਣ ਲੱਗਿਆ ਹਰ ਅੱਧੇ ਘੰਟੇ ਬਾਅਦ ਮੇਰੀ ਉਹਦੇ ਵਾਸਤੇ ਧਿਆਨ ਹੁੰਦਾ ਸੀ ਵੀ ਤੂੰ ਹੁਣ ਇੱਥੇ ਪਹੁੰਚ ਗਈ ਹੈ, ਔਰ ਘਰ ਵੀ ਉਹਨੂੰ ਮੈਂ ਬੱਸ ਸਟੈਂਡ ਤੋਂ ਜਾਂ ਜਿੱਥੇ ਵੀ ਆਨ ਦਾ ਵੇ ਸਟਾਪ ਹੁੰਦਾ ਸੀ ਉੱਥੋਂ ਲੈ ਕੇ ਆਉਂਦਾ ਸੀ। ਉਹ ਬੱਚੇ ਨੂੰ ਗੁਰੂ ਜੀ ਨੇ ਕਹਿ ਦਿੱਤਾ ਕਿ ਤੂੰ ਯੂਕੇ ਜਾ ਕੇ ਸਟੱਡੀ ਕਰਨੀ ਹੈ। ਸਾਡੇ ਪਰਿਵਾਰ ਦੇ ਵਿੱਚੋਂ, ਸਾਡੇ ਵੱਲੋਂ ਦੀ, ਮੇਰੀ ਫੈਮਿਲੀ ਚੋਂ, ਮੈਂ, ਮੇਰੀ ਵਾਈਫ, ਬੱਚਿਆਂ ਵੱਲੋਂ ਅਸੀਂ ਕਦੀ ਫੋਰਨ ਟੂਰ ਨਹੀਂ ਕੀਤਾ, ਕਦੀ ਬਾਹਰ ਨਹੀਂ ਗਏ, ਔਰ ਉਸ ਨੂੰ ਕਹਿ ਦਿੱਤਾ ਕਿ ਤੂੰ ਬਾਹਰ ਜਾਣਾ ਹੈ ਉੱਥੇ ਪੜ੍ਹਨ ਲਈ। ਸਾਰੇ ਪ੍ਰੋਸੈਸਿੰਗ ਹੋ ਗਈ, ਉਸ ਨੂੰ ਵੀਜ਼ਾ ਆ ਗਿਆ ਸਟੱਡੀ ਦੇ ਲਈ, ਉਹ ਬਾਹਰ ਚਲੀ ਗਈ, ਪਹੁੰਚ ਗਈ ਮੈਨਚੈਸਟਰ। ਮੈਨਚੈਸਟਰ ਪਹੁੰਚ ਕੇ ਉੱਥੋਂ ਦੀ ਉਹਨਾਂ ਨੇ ਕਾਲਜ ਵਾਲਿਆਂ ਨੇ ਲੈਣ ਆਉਣਾ ਸੀਗਾ। ਰਾਤ ਦੇ 12 ਵਜ ਗਏ, ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਬੇਟੀ ਕਿੱਥੇ ਹੈ। ਮੈਂ ਉਹਨੂੰ ਛੱਡ ਕੇ ਆਇਆ, ਉਸ ਤੋਂ ਬਾਅਦ ਸਾਨੂੰ ਕੋਈ ਨਹੀਂ ਪਤਾ ਕਿ ਸਾਡੀ ਬੇਟੀ ਕਿੱਥੇ ਹੈ, ਕਿਹੜੇ ਸ਼ਹਿਰ 'ਚ ਪਹੁੰਚੀ ਹੈ ਕਿ ਨਹੀਂ ਪਹੁੰਚੀ। ਰਾਤੀ 2 ਵਜੇ ਸਾਨੂੰ ਫੋਨ ਆ ਗਿਆ ਜੀ ਕਿ ਤੁਹਾਡੀ ਬੇਟੀ ਹੋਸਟਲ 'ਚ ਪਹੁੰਚ ਗਈ ਹੈ, ਕੋਈ ਦਿੱਕਤ ਨਹੀਂ, ਕੋਈ ਚਿੰਤਾ ਦੀ ਵਿਸ਼ਾ ਨਹੀਂ। ਬੜੀ ਮਹਾਰਾਜ ਦੀ ਕਿਰਪਾ, ਸ਼ੁਕਰ ਹੈ ਮਹਾਰਾਜ ਕਿ ਬੱਚਾ ਜਿਹੜਾ ਇਸ ਛੋਟੇ ਜਿਹੇ ਏਰੀਏ 'ਚ ਵੀ ਅਸੀਂ ਉਹਨੂੰ ਬੜੇ ਡਰਦੇ ਸੀਗੇ ਕਿ ਕਿੱਥੇ ਕਿਵੇਂ ਪਹੁੰਚੇਗੀ, ਉਹ ਬੱਚਾ ਇਕੱਲਾ ਫਲਾਈ ਕਰਕੇ ਉਸ ਜਗ੍ਹਾ ਤੋਂ ਆਪਣੀ ਯੂਨੀਵਰਸਿਟੀ ਪਹੁੰਚ ਗਿਆ। ਮਹਾਰਾਜ ਨੇ ਇੱਕੋ ਗੱਲ ਕਹੀ ਸੀ ਕਿ ਇਹ ਜਿਹੜਾ ਸਤਸੰਗ ਸਾਰਾ ਹੈਗਾ ਹੈ, ਤੂੰ ਮੈਨਚੈਸਟਰ ਉੱਥੇ ਜਾ ਕੇ, ਯੂਕੇ ਜਾ ਕੇ ਸਤਸੰਗ ਆਪਣਾ ਸ਼ੇਅਰ ਕਰਨਾ ਹੈ। ਨਾਲ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਮੇਰਾ 5 ਮੀਟਰ ਦਾ ਚੋਲਾ ਨਾਲ ਲੈ ਕੇ ਜਾਣਾ ਤੂੰ ਇੱਥੋਂ। ਸੰਗਤ ਜੀ, ਅਸੀਂ ਐਵਰੇਜ ਜਿਹੜਾ ਚੋਲਾ ਹੈ ਮਹਾਰਾਜ ਦੀ ਗੱਦੀ ਤੇ ਲਗਾਉਂਦੇ ਹਾਂ ਲੁਧਿਆਣੇ 'ਚ, ਉਹ 2.25 ਮੀਟਰ ਦਾ ਹੁੰਦਾ, ਜਿਹਦੇ ਵਿੱਚ ਮਹਾਰਾਜ ਦਾ ਸੀਟ ਕਵਰ ਹੋ ਜਾਂਦੀ ਹੈ ਬੜੇ ਆਰਾਮ ਨਾਲ, ਜ਼ਿਆਦਾ ਵੱਡੀ ਨਾ ਹੋਵੇ। ਮੈਂ ਬਹੁਤ ਸੋਚੀ ਪੈ ਗਿਆ, ਮੈਂ ਕਿਹਾ ਚੋਲਾ ਅਸੀਂ ਰੂਟੀਨ 'ਚ ਬਣਾਈਦਾ ਸਤਸੰਗ ਵਾਸਤੇ 2.25 ਮੀਟਰ ਦਾ, ਮਹਾਰਾਜ ਨੇ 5 ਮੀਟਰ ਦਾ ਕਿਉਂ ਕਿਹਾ ਵਾ। ਚੋਲਾ ਨਾਲ ਦਿੱਤਾ, ਮਹਾਰਾਜ ਦਾ ਸਰੂਪ, ਮਹਾਰਾਜ ਦੇ ਚਰਨ ਨਾਲ ਲੈ ਕੇ ਉਹ ਗਈ। ਆਪਣੇ ਉੱਥੇ ਯੂਕੇ 'ਚ ਕਾਲਜ 'ਚ ਪਹੁੰਚਣ ਤੋਂ 1 ਹਫ਼ਤੇ ਬਾਅਦ ਹੀ, ਵਿਦਿਨ ਏ ਵੀਕ, ਉਸਨੇ ਆਪਣਾ ਸਤਸੰਗ ਦੂਸਰੇ ਸਿਟੀ ਸ਼ੈਫੀਲਡ ਤੋਂ ਮੈਨਚੈਸਟਰ ਜਾ ਕੇ ਸਤਸੰਗ ਸ਼ੇਅਰ ਕੀਤਾ ਸੀਗਾ। ਸੰਗਤ ਲੱਭ ਕੇ, ਪ੍ਰਵੀਨ ਅੰਕਲ ਉੱਥੇ ਆਰਗੇਨਾਈਜ਼ਰ ਅੰਕਲ ਨੇ, ਉਹ ਸੰਗਤ ਨੂੰ ਲੱਭ ਕੇ ਉਸ ਤੋਂ ਬਾਅਦ ਉਹਨਾਂ ਨੂੰ ਪੁੱਛ ਕੇ ਉੱਥੇ ਪਹੁੰਚੀ, ਉਹ ਸਤਸੰਗ ਸ਼ੇਅਰ ਕੀਤਾ। ਉਹ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਉਹ ਜਿਸ ਤਰ੍ਹਾਂ ਅਸੀਂ ਇੱਥੇ ਗੱਦੀ ਲਗਾਉਂਦੇ ਹਾਂ ਮਹਾਰਾਜ ਦੀ ਬੈਠਣ ਵਾਸਤੇ, ਉਹ ਇੱਕ ਬੜਾ ਵੱਡਾ ਇੱਕ ਬੈਂਚ, ਜਿਸ ਤਰ੍ਹਾਂ ਕਹਿੰਦੇ ਨਾ ਆਪਾਂ ਤਖਤ ਪੋਸਟ ਟਾਈਪ, ਉਹ ਉਸ ਟਾਈਪ ਦਾ ਉੱਥੇ ਉਹਨਾਂ ਨੇ ਗੱਦੀ ਲਗਾਈ ਹੋਈ ਸੀ। ਉਹ ਜਿਸ ਗੱਦੀ ਦੇ ਉੱਤੇ ਉਹ 5 ਮੀਟਰ ਦਾ ਚੋਲਾ ਬਿਲਕੁਲ ਐਪਰੋਪ੍ਰੀਏਟ ਐਗਜ਼ੈਕਟ ਬੈਠਦਾ ਸੀਗਾ। ਜਦੋਂ ਉਹਨੇ ਮੈਨੂੰ ਦਿਖਾਇਆ ਫੋਟੋ ਖਿੱਚ ਕੇ ਕਿ ਪਾਪਾ ਦੇਖੋ ਇੱਥੇ ਇਸ ਤਰ੍ਹਾਂ ਲੱਗਾ ਆ, ਤੇ ਮੈਂ ਕਿਹਾ ਦੇਖ ਬੇਟਾ, ਗੁਰੂ ਜੀ ਨੇ ਆਪਣਾ ਪਲਾਨ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਇੱਥੇ 5 ਮੀਟਰ ਦਾ ਚੋਲਾ ਲੱਗਣਾ ਹੈ, ਇੱਥੇ 2.25 ਮੀਟਰ ਦਾ ਚੋਲਾ ਨਹੀਂ ਲੱਗਣਾ, ਪੂਰੀ ਦੀ ਪੂਰੀ ਕਵਰਿੰਗ ਹੋਣੀ ਹੈ। ਉਹ ਚੋਲਾ ਨਾਲ ਲੈ ਕੇ ਗਈ ਸੀ, ਉਹਨੇ ਉੱਥੇ ਰੱਖਤਾ ਕਿ ਅੰਕਲ ਨੂੰ ਦੱਸਤਾ ਕਿ ਇਸ ਤਰ੍ਹਾਂ ਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਸੀ ਚੋਲਾ ਨਾਲ ਲੈ ਕੇ ਆਣਾ। ਸੋ ਉਹਨਾਂ ਨੇ ਆਪਣਾ ਤਾਂ ਚੋਲਾ ਵਿਛਾਇਆ ਹੀ ਹੋਇਆ ਸੀ, ਪਰ ਉਸ ਚੋਲੇ ਨੂੰ ਉਹਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਉਹਦੀ ਸਟੱਡੀ ਇਸ ਤਰ੍ਹਾਂ ਹੀ ਚੱਲਦੀ ਰਹੀ, ਔਰ ਗੁਰੂ ਜੀ ਨੇ ਉਹਨੂੰ 5 ਸਾਲ ਉਹਦੀ ਮਾਸਟਰ ਆਫ ਇੰਜੀਨੀਅਰਿੰਗ ਕਰਵਾ ਕੇ ਉਹਨੂੰ ਅੱਜ ਆਪਣੇ ਕੋਲ ਉੱਥੇ ਯੂਕੇ ਦੇ ਵਿੱਚ ਹੀ ਰੱਖਿਆ ਹੈ। 3.5 ਸਾਲ ਸਾਡੇ ਕੋਲ ਨਹੀਂ ਸੀ ਆਈ। ਲਾਸਟ ਫਰਵਰੀ ਦੇ ਵਿੱਚ ਜਦੋਂ ਆਈ ਸੀ, 2020 ਚ ਫਰਵਰੀ ਚ ਆਈ ਸੀ, ਜਨਵਰੀ ਚ ਆਈ ਸੀ, ਔਰ ਫਰਵਰੀ ਚ ਚਲੀ ਗਈ ਸੀਗੀ। ਫਰਵਰੀ ਚ ਜਾਣ ਤੋਂ ਬਾਅਦ ਹੀ ਉੱਥੇ ਲਾਕਡਾਊਨ ਲੱਗ ਗਿਆ। ਉਸ ਤੋਂ ਬਾਅਦ ਉਹਦੀ ਜੌਬ ਚਲੀ ਗਈ। ਹਾਲਾਤ ਏਦਾਂ ਹੋ ਗਏ ਕਿ ਮਹਾਰਾਜ ਕਿਵੇਂ ਆਪਣੇ ਨੂੰ ਸਰਵਾਈਵ ਕਰ ਪਾਏਗੀ, ਪਰ ਹਾਲੇ ਤੱਕ ਮਹਾਰਾਜ ਨੇ ਉਹਨੂੰ ਆਪਣੇ ਕੋਲ ਉੱਥੇ ਰੱਖਿਆ ਹੋਇਆ, ਆਪਣੀ ਉਸ ਸਿਸਟਮ 'ਚ ਰੱਖਿਆ ਹੋਇਆ ਕਿ ਮਹਾਰਾਜ ਨੇ ਅੱਜ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ, ਸਾਡੀ ਵਿਜ਼ਨ ਤੋਂ, ਸਾਡੀ ਸੋਚ ਤੋਂ ਬਿਲਕੁਲ ਬਾਹਰ ਹੈ, ਉਹ ਕੰਮ ਕਰਵਾ ਕੇ ਦਿੱਤਾ ਜਿਹੜਾ ਅਸੀਂ ਆਪਣੇ ਆਪ 'ਚ ਸੋਚ ਵੀ ਨਹੀਂ ਸਕਦੇ ਕਿ ਮਹਾਰਾਜ 2 ਸਾਲ ਤੱਕ ਬੱਚਾ ਬਗੈਰ ਕਿਸੇ ਫੰਡਸ ਤੋਂ
ਉੱਥੇ ਕਿਵੇਂ ਸਰਵਾਈਵ ਕਰ ਪਾਏਗਾ। ਮਹਾਰਾਜ ਨੇ ਉਹ ਸਾਰਾ ਕੁਝ ਕਰਵਾ ਕੇ ਦਿੱਤਾ। ਇਹ ਉਹਨਾਂ ਦੀ ਮਿਹਰ ਹੈ, ਉਹਨਾਂ ਦੀ ਮਿਹਰ ਦੇ ਸਦਕਾ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ। ਸੰਗਤ ਜੀ, ਮੈਂ ਆਪਣੇ ਬੇਟੇ ਬਾਰੇ ਸਤਸੰਗ ਸ਼ੇਅਰ ਕਰਨਾ ਚਾਹਾਂਗਾ ਕਿ ਅੱਜ ਜਿਸ ਤਰ੍ਹਾਂ ਮੇਰੀ ਆਂਟੀ ਨੇ ਗੁਰੂ ਮਹਾਰਾਜ ਨੂੰ ਕਿਹਾ ਸੀ ਕਿ ਮੈਂ ਆਪਣੇ ਬੇਟੇ ਵਾਸਤੇ ਤੁਹਾਡੇ ਕੋਲ ਆਈ ਹਾਂ, ਕਿਉਂਕਿ ਉਹ ਪੜ੍ਹਾਈ 'ਚ ਇੰਨਾ ਸਿੰਸੀਅਰ ਨਹੀਂ, ਇੰਟੈਲੀਜੈਂਟ ਬਹੁਤ ਹੈ ਪਰ ਇੰਨਾ ਸਿੰਸੀਅਰ ਨਹੀਂ ਸੀ। ਜਦੋਂ ਮਹਾਰਾਜ ਕੋਲ 2005 'ਚ ਗਏ ਸੀ, ਉਦੋਂ 8th ਕਲਾਸ 'ਚ ਪੜ੍ਹਦਾ ਸੀ ਔਰ ਸਾਨੂੰ ਕੋਈ ਉਮੀਦ ਨਹੀਂ ਸੀਗੀ, ਟੂ ਬੀ ਵੈਰੀ ਫਰੈਂਕ, ਕਿ ਉਹ ਪੜ੍ਹਾਈ ਦੇ ਵਿੱਚ, ਕਿਉਂਕਿ ਬੋਰਡ ਦੇ ਐਗਜ਼ਾਮਸ ਨੇ ਔਰ ਇੰਨਾ ਕੁ ਵੀ ਸੀਰੀਅਸ ਨਹੀਂ ਸੀ ਕਿ ਐਗਜ਼ਾਮ ਹੈਗੇ ਨੇ, ਕੋਈ ਦਿਮਾਗ ਤੇ ਬੋਝ ਨਹੀਂ ਸੀ ਤੇ ਸਾਨੂੰ ਕੋਈ ਉਮੀਦ ਨਹੀਂ ਸੀ ਕਿ ਸ਼ਾਇਦ ਇਹ 8th ਕਲਾਸ ਦੇ ਵਿੱਚੋਂ ਵੀ ਪਾਸ ਹੋ ਸਕੇਗਾ। ਪਰ ਮਹਾਰਾਜ ਨੇ ਇੰਨੀਆਂ ਕੁ ਬਲੇਸਿੰਗਸ ਦਿੱਤੀਆਂ ਉਹਨੂੰ ਕਿ ਉਹ 10th ਦੇ ਵਿੱਚੋਂ ਵੀ ਕਲੀਅਰ ਕਰਵਾਇਆ, 8th 'ਚੋਂ ਕਲੀਅਰ ਕਰਾਇਆ, 10th ਦੇ ਬੋਰਡ 'ਚੋਂ ਕਲੀਅਰ ਕਰਾਇਆ। ਕਿਹੜੀ ਕਿਹੜੀ ਸਟਰੀਮ ਦੇ ਵਿੱਚ ਘੁਮਾਇਆ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿ ਜੋ ਮਹਾਰਾਜ ਨੇ ਸਾਨੂੰ ਦੱਸਿਆ। ਤੁਸੀਂ ਸੋਚੋ ਕਿ ਜਦੋਂ ਅਸੀਂ 10th ਦੇ ਵਿੱਚੋਂ ਪਾਸ ਹੋਇਆ ਤੇ ਕਾਲਜ ਵਾਲੇ ਸਾਨੂੰ ਕਹਿਣ ਲੱਗੇ ਜੀ ਕਿ ਸਕੂਲ ਵਾਲੇ ਕਿ ਇਹਦੀ ਮਾਰਕਸ ਘੱਟ ਨੇ, ਇਹਦੀ ਕੰਪਾਰਟਮੈਂਟ 10th ਵਿੱਚ ਕੰਪਾਰਟਮੈਂਟ ਆਈ ਸੀ ਕਿ ਅਸੀਂ ਇਹਨੂੰ ਅੱਗੇ ਕੰਟੀਨਿਊ ਨਹੀਂ ਕਰ ਪਾਵਾਂਗੇ। ਮੈਂ ਜਾ ਕੇ ਰਿਕੁਐਸਟ ਕੀਤੀ ਜੀ, ਮੈਂ ਕਿਹਾ ਬੱਚਾ ਹੁਣ ਦੁਬਾਰਾ ਧਿਆਨ ਕਰੇਗਾ, ਪੜ੍ਹੇਗਾ, ਤੁਸੀਂ ਪਲੀਜ਼ ਇਹਨੂੰ ਕਰ ਲਓ। ਕਹਿਣਗੇ ਠੀਕ ਹੈ ਜੀ, ਅਸੀਂ ਇਹ ਮੈਡੀਕਲ ਕਰੇਗਾ। ਸਾਨੂੰ ਘਰੋਂ ਗੁਰੀ ਨੇ ਕਿਹਾ ਸੀ ਕਿ ਉਹਨੂੰ ਕਹਿ ਦੀ ਮੈਡਮ ਨੂੰ ਕਿ ਉਹ ਮੈਡੀਕਲ ਲਾਈਨ 'ਚ ਜਾਏਗਾ, ਮੈਡੀਕਲ ਕਰੇਗਾ। ਅਸੀਂ ਕਿਹਾ ਜੀ ਹਾਂਜੀ ਮੈਡੀਕਲ ਕਰ ਲਏਗਾ। ਕਹਿਣਗੇ ਠੀਕ ਹੈ ਜੀ, ਮੈਂ ਉਹਨੂੰ ਐਡਮਿਸ਼ਨ ਦੇ ਦਿੰਨੀ ਹਾਂ। 11th 'ਚ ਐਡਮਿਸ਼ਨ ਦੇ ਦਿੱਤੀ, 12th ਦੇ ਵਿੱਚ ਕਾਮਰਸ 'ਚ ਐਡਮਿਸ਼ਨ ਦੇ ਦਿੱਤੀ, 12th ਵੀ ਕਲੀਅਰ ਕਰਾ ਦਿੱਤੀ, ਗ੍ਰੈਜੂਏਸ਼ਨ ਵੀ ਕਰਵਾ ਦਿੱਤੀ। ਉਸ ਤੋਂ ਬਾਅਦ ਉਹਦਾ ਅੱਗੇ ਸਟੱਡੀ ਦੇ ਵਿੱਚ ਕੋਈ ਮਨ ਨਹੀਂ ਸੀ, ਪਰ ਜਿਸ ਤਰ੍ਹਾਂ ਹੀ ਬੇਟੀ ਗਈ ਬਾਹਰ 2014 ਦੇ ਵਿੱਚ, ਮਹਾਰਾਜ ਨੇ ਇਹਨੂੰ ਵਿਜ਼ਨ ਦਿੱਤਾ ਔਰ ਕਿਹਾ ਕਿ ਤੂੰ MBA ਕਰਨੀ ਹੈ, ਉਹ ਵੀ ਰੈਗੂਲਰ ਕਰਨੀ ਹੈ। ਬੇਟਾ ਬੜੀ ਸੋਚ ਪੈ ਗਿਆ, MBA ਕਰਨੀ, ਉਹ ਵੀ ਰੈਗੂਲਰ ਕਰਨੀ ਹੈ। ਗੁਰੂ ਜੀ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਉਹ MBA ਦੇ ਲਈ ਇੱਕ ਦਿਨ ਘਰ ਬੈਠੇ ਸੀ, ਖਾਣਾ ਖਾ ਰਹੇ ਸੀ ਤੇ ਨਿਊਜ਼ਪੇਪਰ ਪੜ੍ਹ ਰਹੇ ਤੇ MBA ਦੇ ਲਈ ਰਿਕੁਐਸਟ ਆਈ ਸੀ ਕਿ MBA ਦੀ ਐਡਮਿਸ਼ਨ ਵਾਸਤੇ ਚੇਨਈ ਹਿੰਦੁਸਤਾਨ ਯੂਨੀਵਰਸਿਟੀ ਨੇ, ਮਿਨਿਸਟਰੀ ਆਫ ਡਿਫੈਂਸ ਨੇ ਫਸਟ ਟਾਈਮ ਇੱਕ ਕੋਰਸ ਸ਼ੁਰੂ ਕੀਤਾ ਡਿਫੈਂਸ ਟੈਕਨੋਲੋਜੀ ਵਿੱਚ MBA। ਉਸ ਦੇ ਲਈ ਉਹਨਾਂ ਨੇ ਕ੍ਰਾਈਟੇਰੀਆ ਔਰ ਐਪਲੀਕੇਸ਼ਨ ਮੰਗੀਆਂ ਨੇ। ਉਹ ਬੇਟੇ ਨੇ ਉਹ ਫਾਰਮ ਫਿਲ ਕਰਤਾ ਔਰ ਉੱਥੋਂ ਦੀ ਫੋਨ ਦੇ ਰਾਹੀਂ ਸਾਰੀਆਂ ਗੱਲਬਾਤ ਹੋਣ ਤੇ ਉਹਨਾਂ ਨੇ ਇੰਟਰਵਿਊ ਲੈ ਕੇ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਆ ਜਾਓ, ਆ ਕੇ ਬਾਕੀ ਸਾਰੀ ਗੱਲ ਕਰਾਂਗੇ। ਗੁਰੂ ਜੀ ਨੇ ਬੇਟੇ ਨੂੰ ਉੱਥੇ 2 ਸਾਲ ਦੇ ਲਈ ਰੈਗੂਲਰ MBA ਕਰਾਈ ਔਰ ਨਾਰਥ ਇੰਡੀਆ ਵਿੱਚੋਂ ਮੇਰਾ ਬੇਟਾ ਪਹਿਲਾ ਸਟੂਡੈਂਟ ਹੈ ਜਿਹਨੇ ਉਸ ਕੋਰਸ ਨੂੰ, ਉਸ MBA ਨੂੰ, ਡਿਗਰੀ ਨੂੰ ਪੂਰਾ ਕੀਤਾ ਔਰ ਵਿਦ ਡਿਸਟਿੰਕਸ਼ਨਸ, ਬਹੁਤ ਅੱਛੇ ਮਾਰਕਸ ਦੇ ਨਾਲ। ਜਿਹੜਾ ਅਸੀਂ ਸੋਚਦੇ ਸੀ ਵੀ BBA ਤਾਂ ਬੜੀ ਮੁਸ਼ਕਲ ਹੋਈ ਹੈ, MBA ਕਿੱਥੋਂ ਕਲੀਅਰ ਪਾਏਗਾ। ਗੁਰੂ ਜੀ ਨੇ ਇੰਨੇ ਕੁ ਜ਼ਿਆਦਾ ਉਹਨੂੰ ਬਲੈਸਿੰਗਸ ਦਿੱਤੀਆਂ ਕਿ ਉਹ ਬੇਟਾ ਮਿਨਿਸਟਰੀ ਆਫ ਡਿਫੈਂਸ ਨੇ ਜਿਹੜੀ ਸ਼ੁਰੂਆਤ ਕੀਤੀ ਸੀਗੀ ਸਿਵਲ ਦੇ ਵਿੱਚ, ਇਹ ਕੋਰਸ ਪਹਿਲਾ ਹੀ ਵਾਰ ਸ਼ੁਰੂ ਹੋਇਆ ਸੀ ਉਸ ਯੂਨੀਵਰਸਿਟੀ 'ਚ, ਜਿਸ ਉਸਨੇ MBA ਕਲੀਅਰ ਕੀਤੀ। ਉਸ ਪੀਰੀਅਡ ਦੇ ਵਿੱਚ ਮਹਾਰਾਜ ਨੇ ਉਹਦੇ ਨਾਲ ਬਹੁਤ ਬੜੀ ਕਿਰਪਾ ਕਰੀ ਰੱਖੀ, ਬੜਾ ਉਹਨੂੰ ਸੰਭਾਲ ਕੇ ਰੱਖਿਆ। ਉਸ ਪੀਰੀਅਡ ਦੇ ਵਿੱਚ ਉਸ ਦਾ ਇੱਕ ਵਾਰੀ ਬੱਸ 'ਚ ਜਾ ਰਿਹਾ ਸੀ, ਬੱਸ 'ਚੋਂ ਸਲਿੱਪ ਕਰ ਗਿਆ, ਐਕਸੀਡੈਂਟ ਹੋਇਆ, ਸਾਨੂੰ ਨਹੀਂ ਪਤਾ। ਇੱਕ ਦਿਨ ICU 'ਚ ਪਿਆ ਰਿਹਾ, ਹਾਲਤ ਬੜੀ ਨਾਜ਼ੁਕ ਸੀ, ਪਰ ਦੂਸਰੇ ਦਿਨ ਹੀ ਮਹਾਰਾਜ ਨੇ ਉਹਨੂੰ ਉੱਥੋਂ ਦੀ ਬਾਹਰ ਕੱਢ ਕੇ ਘਰ ਵੀ ਭੇਜਤਾ। ਬਾਅਦ ਵਿੱਚ ਉਹਨੇ ਦੱਸਿਆ ਕਿ ਮਮਾ ਮੈਨੂੰ ਪਾਪਾ ਇਹ ਪੋਜੀਸ਼ਨ ਸੀ ਕਿ ਸ਼ਾਇਦ ਪਤਾ ਨਹੀਂ ਕੀ ਕੋਈ ਹੋ ਜਾਂਦਾ, ਪਰ ਮਹਾਰਾਜ ਨੇ ਆ ਕੇ ਮੈਨੂੰ ਕਿਹਾ ਕੋਈ ਨਹੀਂ ਹੁੰਦਾ, ਚੱਲ ਉੱਠ ਘਰ ਨੂੰ ਜਾ। ਵਾਪਸ ਆ ਗਿਆ। ਚੇਨਈ ਵਰਗੇ ਸ਼ਹਿਰ 'ਚ ਸ਼ਾਇਦ ਮੇਰੀ ਆਪਣੀ ਟੂਰਿੰਗ ਲਾਈਫ 38 ਤੋਂ 40 ਸਾਲ ਦੀ ਹੈ, ਮੈਂ ਆਪਣੀ ਲਾਈਫ ਦੇ ਵਿੱਚ ਕਦੀ ਚੇਨਈ ਦੇ ਵਿੱਚ ਫਲੱਡ ਨਹੀਂ ਦੇਖਿਆ। ਉਸ ਪੀਰੀਅਡ ਦੇ ਵਿੱਚ ਜਦੋਂ ਉੱਥੇ ਪੜ੍ਹ ਰਿਹਾ ਸੀ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਉਸ ਪੀਰੀਅਡ 'ਚ 2014-15 ਦੇ ਵਿੱਚ ਫਲੱਡ ਆਇਆ ਸੀ ਚੇਨਈ ਦੇ ਵਿੱਚ। ਉਹ ਜਿਹੜੇ ਏਰੀਏ 'ਚ ਰਹਿ ਰਿਹਾ ਸੀਗਾ, ਜਿਹੜੀ ਯੂਨੀਵਰਸਿਟੀ ਦਾ ਏਰੀਆ ਜਿਹੜਾ ਸੀਗਾ, ਜਿਸ ਏਰੀਏ 'ਚ ਰਹਿ ਰਿਹਾ ਸੀ, ਉਹ ਇਸ ਪੂਰੇ ਦਾ ਪੂਰਾ ਡੁੱਬਿਆ ਏਰੀਆ ਸੀਗਾ, ਪੂਰਾ ਡੁੱਬ ਗਿਆ ਸੀ ਏਰੀਆ। ਔਰ ਇਹਨਾਂ ਦੀ ਯੂਨੀਵਰਸਿਟੀ ਦੇ ਵਿੱਚ
एयरफोर्स ने रेस्क्यू कैंप लगाया सीगा ਕੱਢਣ ਦੇ ਲਈ ਜਿਹੜੇ ਬਹੁਤ ਜ਼ਿਆਦਾ ਉਸ ਸਿਸਟਮ ਦੇ ਵਿੱਚ ਫਸੇ ਹੋਏ ਸੀਗੇ। ਪਰ ਮਹਾਰਾਜ ਨੇ ਇਹਨੂੰ ਰੈਸਕਿਊ ਟੀਮ ਨੇ ਕਿਹੋ ਜਿਹਾ ਰਸਤਾ ਦਿੱਤਾ ਕਿ ਇਹ ਬਾਈ ਰੋਡ ਹੀ ਬੈਂਗਲੋਰ ਪਹੁੰਚ ਗਿਆ ਸੀ ਔਰ ਬਿਲਕੁਲ ਵੀ ਇਹਨੂੰ ਇੱਕ ਨਿੱਕੇ ਪੈਸੇ ਦੀ ਵੀ ਛੋਟੀ ਜਿਹੀ ਵੀ ਪ੍ਰੋਬਲਮ ਨਹੀਂ ਗੁਰੂ ਜੀ ਨੇ ਆਉਣ ਦਿੱਤੀ। ਗੁਰੂ ਜੀ ਦੇ ਗੁਣਗਾਨ ਕਰਦੇ ਥੱਕ ਜਾਵਾਂਗੇ। ਮਹਾਰਾਜ ਨੇ ਇੰਨੀ ਕੁ ਕਿਰਪਾ ਕੀਤੀ ਕਿ ਅਸੀਂ ਸੋਚ ਵੀ ਨਹੀਂ ਸਕਦੇ। ਉਸ ਪਰਮਾਤਮਾ ਨੇ ਹੱਥ ਫੜ ਕੇ ਰੱਖਿਆ ਹੈ ਸਾਡਾ ਕਿ ਮਹਾਰਾਜ ਤੁਸੀਂ ਬੜੀ ਮਿਹਰ ਕੀਤੀ ਹੈ ਸਾਡੇ ਉੱਤੇ, ਸਾਡੇ ਪਰਿਵਾਰ ਦੇ ਉੱਤੇ। ਅਸੀਂ ਤੁਹਾਡੇ ਨਾਲ, ਤੁਹਾਡੀ ਸ਼ਰਨ 'ਚ, ਤੁਹਾਡੀ ਸੇਵਾ 'ਚ ਲੱਗੇ ਹੋਏ ਹਾਂ ਔਰ ਸਾਨੂੰ ਇਸ ਸੇਵਾ ਤੋਂ ਵਿਮੁਖ ਨਾ ਕਰਨਾ। ਉਸ ਤੋਂ ਬਾਅਦ सत्संग लुधियाने च शुरू हो गए, सत्संगां दी लड़ी चालू हो गई, नॉन स्टॉप सत्संग होने शुरू हो गए। महाराज ने कोई ना कोई करिश्मा हर वारी करदे रहना। एक सानू तरीक दित्ती गई कि 2 दिसंबर नूं तुसीं सत्संग घर करिया करना है। आग्या मन के सत्संग शुरू कर दिता और चाक साडे लुधियाने च साडे मान अंकल ने वो गुरु चरना दे विच वो चाह बनाते थे, चाह की सेवा से उन्होंने दी भी अंकल चाह प्रसाद गुरु जी का तुसी बनाना। कहते नहीं अज मान चाह नहीं बनाएगा, अज विशु चाह बनाएगा। और विशु जी नूं ऑफिस गए हुए सी महाराज के कहण दे उत्ते कि इस तरह इस तरीके दे नाल इह जी चाह बनानी है। ये उन्हां दी विजन्स और उन्हां दी जिहड़ी आपां सुन लैंदे ना कि महाराज जी शायद आपां नूं लगदा है कि आपां साडे दिमागी वहम है। नहीं, साडा दिमाग का कोई वहम नहीं। उस टाइम साडे भी ध्यान च नहीं रहा कि घर इलायची है नहीं। और महाराज जो ऑफिस चलिया तो महाराज ने कहा इलायची लैके जाई। वो जिहड़ी दुकान से चढ़िया कहन लगे वो नसीब ये बड़ी वड्डी दुकान है, एक अच्छा आउटलैट है, इत्थों जरूर इलायची मिल जाएगी। कहते इत्थों नहीं मिलनी। वो कहता एवें कही जाते गुरु जी इत्थों नहीं मिलनी, बहुत वड्डी दुकान है जिथे सोच भी नहीं सकते कि वो इलायची नहीं मिलेगी। लैके भी जानी है क्योंकि घर इलायची है नहीं, उन्होंने नहीं पता बेटे नूं कि घर इलायची है नहीं। 2 दुकानां ते चढ़िया, कहंदे इत्थों नहीं मिलनी। जिहड़ी दुकान दे उत्ते लगदा सीगा कि इत्थों इलायची नहीं मिलेगी, कहंदे इत्थे पुੱਛ इत्थों तैनूं इलायची मिलेगी। इलायची लैके आया, असीं वेट कर रहे सीगे कि चाह गुरु जी ने कहा तूं बनानी है। और जदों आके कहा जी मैं कल बेटा चाह बनाओ, कहंदा इलायची दिओ। घर सारा चेक कर लिया, इलायची किते नजर ना आवे। कहने लगा गुरु जी ने मैंने पहला ही कह दिता सीगा कि इलायची लैके जाई, सारी इलायची है नहीं। ये उन्हां दी मेहर, उन्हां दी सोच तो जो उन्हां दी सोच है साडे असीं बहुत पिछे हां, बहुत दूर हां। महाराज ने उस तो बाद 2017 दे विच मेरा स्ट्रैंगल हरनिया दी प्रॉब्लम आ गई। 22 मई नूं असीं एक सत्संग अटेंड करके आए। 23 मई नूं मेरी पोजीशन है हो गई कि मेरे पेट ब्लोटिंग करना शुरू करता, बहुत ज्यादा मोटा हो गया और मैं इस पोजीशन च आ गया कि मैं कहा इदां दी की प्रॉब्लम आ गई। मैं डॉक्टर मेरे फ्रेंड ने संगत दे विशाल जी उन्हां दे नाल डॉक्टर नूं दिखाण गया। उन्होंने देख के कई तो डॉक्टर वगैरह ने कहते रमेश जी पोजीशन बहुत तुहाडी क्रिटिकल है, ये तुहानूं हरनिया दी प्रॉब्लम आई है और कुछ भी हो सकता है, इमीडिएट ऑपरेट कराना पएगा। असीं फटाफट उत्थों दी डॉक्टर सरीश दे नर्सिंग होम च पहुंचे। उन्होंने कहा पहला एक्सरे करा के लियाओ, खड़े खड़े हुणे असीं एक्सरे करा के ले आए हैं। वो कहंदे जी हुणे ही ऑपरेट करना पएगा। मैं कल्ला, मेरी आंटी घर है, मैंने नहीं कुछ पता। वो कहने लगे जी हुणे ऑपरेट करना पएगा, जे ये फट गया तो बहुत ज्यादा सिचुएशन तुहाडी क्रिटिकल हो जाएगी क्योंकि इस टाइम 2 दिन हो चले ने और इस टाइम ये स्ट्रैंगल हरनी है, ये फस चुका है, कुछ भी हो सकता। डिसीजन लेना, इमीडिएट डिसीजन लेना सोची पै गए। मैं क्या विशाल अंकल ने मैं कहा जी आंटी तो घरों बुला लो तो आपां उन्नी देर इन प्रोसीड कर दिंदे हां। उन्होंने कहा ठीक है जी। संगत जी 1 घंटे दे विच विच उन्होंने मेरा ऑपरेशन करता और जो ऑपरेशन हो रहा सी तो महाराज फिर आ गए। महाराज विजन च आए, मैं सामने अखां खोल के बैठा वहां। गुरु महाराज एंबेसडर गड्डी च आए, फटाफट आके किथे है
ਕਰਦੇ ਹੋਏ ਸਿੱਧਾ ਹੀ ਮੇਰੇ ਕੋਲ ਆਇਆ, ਕਹਿੰਦੇ ਕੀ ਹੋਇਆ? ਕੁਝ ਨਹੀਂ ਹੋਇਆ, ਚੱਲ ਉੱਠ, ਤੂੰ ਬਿਲਕੁਲ ਠੀਕ ਹੈ। ਹਰਨੀਆਂ ਦੇ ਆਪਰੇਸ਼ਨ ਦੇ ਵਿਚਕਾਰ ਜਿੰਨੀ ਬੈੱਡ ਰੈਸਟ ਹੁੰਦੀ ਹੈ, ਸਟੇਅਰਸ ਨਹੀਂ ਚੜ੍ਹਨੀਆਂ, ਕਿਤੇ ਨਹੀਂ ਜਾਣਾ, ਕੋਈ ਭਾਰਾ ਕੰਮ ਨਹੀਂ ਕਰਨਾ, ਉਹ ਮੇਰਾ ਕੰਮ ਹੀ ਬੜਾ ਹੈਵੀ ਵਰਕ ਸੀਗਾ। ਇੱਕ ਹਫ਼ਤੇ ਬਾਅਦ ਮੈਂ ਮਹਾਰਾਜ ਦੀ ਸੇਵਾ 'ਚ ਫਿਰ ਹਾਜ਼ਰ ਹੋ ਗਿਆ ਸੀ, ਉਸ ਸਤਸੰਗ ਦੀ ਜੋ ਮੇਰੀ ਡਿਊਟੀ ਦਿੱਤੀ ਹੋਈ ਗੁਰੂ ਮਹਾਰਾਜ ਨੇ ਲੁਧਿਆਣੇ 'ਚ। ਇੱਕ ਹਫ਼ਤੇ ਦੇ ਵਿੱਚ ਹੀ ਮੈਂ ਵਾਪਸ ਆਪਣੀ ਉਸ ਡਿਊਟੀ ਤੇ ਪਹੁੰਚ ਗਿਆ ਸੀ, ਔਰ ਇਹ ਹੈਰਾਨ ਸੀ ਸਾਰੇ ਨੇ ਕਿ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ। ਆਪਰੇਸ਼ਨ ਤੋਂ ਬਾਅਦ 30 ਮਈ ਨੂੰ ਇੱਕ ਸਤਸੰਗ ਸੀਗਾ। ਮੈਂ ਆਪਣੇ ਸਟਿਚਿਸ ਕਟਵਾ ਕੇ ਉਸ ਸਤਸੰਗ ਤੇ ਸਿੱਧਾ ਮੱਥਾ ਟੇਕਣ ਜਾਣਾ ਸੀ, ਔਰ ਮਹਾਰਾਜ ਇੰਨੇ ਦੀਨ ਦਿਆਲੂ ਨੇ ਕਿ ਜਦੋਂ ਮੈਂ ਉਸ ਸਤਸੰਗ ਦੇ ਅੰਦਰ ਐਂਟਰ ਕੀਤਾ ਤੇ ਅੰਦਰ ਪੈਰ ਰੱਖਦਿਆਂ ਹੀ ਜਿਹੜਾ ਸ਼ਬਦ ਚੱਲਿਆ ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਇਹ ਗੁਰੂ ਜੀ ਨੇ ਆਪਣੇ ਭਗਤ ਦੀ ਪੈਜ ਆਪ ਰੱਖਦੇ ਨੇ, ਆਪ ਲਾਜ ਰੱਖਦੇ ਨੇ। ਅਸੀਂ ਕੌਣ ਆ? ਉਹਨਾਂ ਦੇ ਨਾਲ ਜੁੜ ਕੇ ਬਹੁਤ ਕੁਝ ਸਿੱਖਿਆ, ਬੜਾ ਕੁਝ ਉਹਨਾਂ ਨੇ ਸਾਨੂੰ ਦਿੱਤਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਕਰਨ ਦੀ ਉਸ ਪੋਜੀਸ਼ਨ 'ਚ ਵੀ ਹੈ ਨਹੀਂ ਕਿ ਅਸੀਂ ਮਹਾਰਾਜ ਦਾ ਥੈਂਕਸ ਕਰ ਸਕੀਏ। ਮਹਾਰਾਜ ਦੇ ਅੱਗੇ ਹਰ ਵਾਰੀ ਇਹੀ ਅਰਦਾਸ ਕਰਦੇ ਹਾਂ ਕਿ ਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਜਿਹੜੀ ਸੇਵਾ ਦਾ ਮੌਕਾ ਦਿੱਤਾ ਹੈ, ਪਿਛਲੇ 2012 ਤੋਂ ਮਹਾਰਾਜ ਦੀ ਸੇਵਾ ਮਿਲੀ ਹੋਈ ਹੈ ਲੁਧਿਆਣੇ 'ਚ ਸਤਸੰਗ ਦੀ ਡਿਊਟੀ ਦੀ, ਅੱਜ 10 ਸਾਲ ਹੋਣ ਲੱਗੇ ਨੇ, ਔਰ ਮਹਾਰਾਜ ਇਹ ਸੇਵਾ ਸਾਡੇ ਕੋਲੋਂ ਦੀ ਨਾ ਖੋਈਓ, ਆਪਣੇ ਚਰਨਾਂ ਨਾਲ ਜੋੜੀ ਰੱਖਿਓ। ਸੰਗਤ ਜੀ, ਗੁਰੂ ਜੀ ਨਾਲ ਜੁੜੀਏ, ਉਸ ਰੱਬ ਨਾਲ ਜੁੜੀਏ, ਉਸ ਪਰਮਾਤਮਾ ਨਾਲ ਜੁੜੀਏ। ਕੋਈ ਵੀ ਤਰ੍ਹਾਂ, ਕਿਸੇ ਵੀ ਤਰ੍ਹਾਂ ਦੀ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਸ਼ਬਦਾਂ 'ਚ ਰਹਿ ਗਈ ਹੋਵੇ, ਮੈਂ ਉਹਦੇ ਲਈ ਮਾਫੀ ਚਾਹਾਂਗਾ। ਆਪਣੇ ਸਤਸੰਗ ਨੂੰ ਇੱਥੇ ਵਿਰਾਮ ਦਿੰਦਾ। ਜੈ ਗੁਰੂ ਜੀ, ਜੈ ਗੁਰੂ ਜੀ, ਜੈ ਗੁਰੂ ਜੀ।